ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਜੂਨ ਦਾ ਮਹੀਨਾ ਜਿਹੜਾ ਹੁੰਦਾ ਹੈ ਉਹਦਾ ਪਹਿਲਾ ਹਫਤਾ ਸਿੱਖ ਕੌਮ ਦੇ ਲਈ ਕਾਫੀ ਅਹਿਮ ਹੈ। ਬਹੁਤ ਦੁਖਦਾਈ ਯਾਦ ਹੈ ਜਿਹੜੀ ਜੁੜੀ ਹੋਈ ਹੈ, ਕਿਉਂਕਿ ਸਿੱਖਾਂ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਭਾਰਤੀ ਫੌਜ ਵੱਲੋਂ ਹਮਲਾ ਕੀਤਾ ਗਿਆ ਸੀ। ਉਸ ਹਮਲੇ ਦੇ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਸੀ। ਜਿਹੜੀਆਂ ਇਹ ਮੁਕੱਦਸ ਇਮਾਰਤਾਂ ਨੇ, ਜਿਹੜੀਆਂ ਸਿੱਖਾਂ ਦੇ ਲਈ ਮੁਕੱਦਸ ਅਸਥਾਨ ਨੇ, ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਗਿਆ। ਜਾਨੀ ਨੁਕਸਾਨ ਵੱਡੀ ਗਿਣਤੀ ਦੇ ਵਿੱਚ ਹੋਇਆ ਸੀ ਤੇ ਇਸ ਦੇ ਨਾਲ ਹੀ ਜਿਹੜਾ ਬੇਸ਼ਕੀਮਤੀ ਖਜ਼ਾਨਾ ਲੁੱਟਿਆ ਗਿਆ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ 6 ਜੂਨ ਤੱਕ ਜਿਹੜਾ ਭਾਰਤੀ ਫੌਜ ਨੇ ਜਿੰਨਾ ਵੀ ਜਾਨੀ ਨੁਕਸਾਨ ਕਰਨਾ ਸੀ, ਲਾਸ਼ਾਂ ਦੇ ਢੇਰ ਵਿਛਾਏ। ਭਾਰਤੀ ਫੌਜ ਦਾ ਵੀ ਬਹੁਤ ਨੁਕਸਾਨ ਹੋਇਆ। ਇਸ ਨੂੰ ਇੱਕ ਯੁੱਧ ਕਿਹਾ ਜਾ ਸਕਦਾ ਹੈ। ਸਿੱਖਾਂ ਤੇ ਭਾਰਤੀ ਫੌਜ ਦੇ ਵਿੱਚ ਇੱਕ ਯੁੱਧ ਸੀਗਾ ਜਿਹੜਾ। ਤੇ 7 ਜੂਨ ਨੂੰ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਸ ਦੇ ਵਿੱਚ ਸਿੱਖ ਕੌਮ ਦੇ ਬਹੁਤ ਹੀ ਬੇਸ਼ਕੀਮਤੀ ਗ੍ਰੰਥ, ਪੁਰਾਤਨ ਬੀੜਾਂ, ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਨ੍ਹਾਂ ਨੂੰ ਕਹਿ ਸਕਦੇ ਹਾਂ, ਗੁਰੂ ਸਾਹਿਬਾਨਾਂ ਦੇ ਹੱਥ ਲਿਖਤ ਹੁਕਮਨਾਮੇ, ਬਹੁਤ ਸਾਰੀਆਂ ਕਿਤਾਬਾਂ, ਅਖਬਾਰਾਂ, ਮੈਗਜ਼ੀਨ, ਬਹੁਤ ਕੁਛ ਉਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਸੀ ਜਿਹੜਾ ਕਿ ਲੁੱਟ ਲਿਆ ਗਿਆ ਸੀ। ਪਹਿਲਾਂ ਭਾਰਤੀ ਫੌਜ ਦੇ ਵੱਲੋਂ ਜਾਂ ਭਾਰਤ ਸਰਕਾਰ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਲਾਇਬ੍ਰੇਰੀ ਵੀ ਸੜ ਚੁੱਕੀ ਹੈ। ਫਿਰ ਹੌਲੀ-ਹੌਲੀ ਗੱਲਾਂ ਬਾਹਰ ਨਿਕਲੀਆਂ ਕਿ ਲਾਇਬ੍ਰੇਰੀ ਲੁੱਟੀ ਜਾ ਚੁੱਕੀ ਹੈ। ਫਿਰ ਉਸ ਤੋਂ ਬਾਅਦ SGPC ਨੇ ਜਾਂ ਜਿਹੜੇ ਜਾਗਰੂਕ ਸਿੱਖਾਂ ਨੇ ਇਸ ਦੀ ਲੜਾਈ ਲੜੀ, ਲਾਇਬ੍ਰੇਰੀ ਵਾਪਸ ਲਿਆਉਣ ਦੇ ਲਈ ਚਾਰਾਜੋਈ ਕੀਤੀ, ਕਾਨੂੰਨੀ ਤੌਰ ਤੇ ਵੀ ਜੰਗ ਆਰੰਭੀ। ਤੇ ਪਤਾ ਲੱਗਿਆ ਕਿ ਕੁਛ ਕੁ ਜਿਹੜੀਆਂ ਭਾਰਤੀ ਸਰਕਾਰ ਨੇ ਕਿਤਾਬਾਂ ਵਾਪਸ ਕੀਤੀਆਂ ਨੇ। ਤੇ ਪਿਛਲੇ ਸਾਲ ਭਾਰਤ ਸਰਕਾਰ ਨੇ ਇੱਕ ਦਾਅਵਾ ਕੀਤਾ ਸੀ ਕਿ ਅਸੀਂ ਸਾਰਾ ਕੁਝ ਵਾਪਸ ਕਰ ਚੁੱਕੇ ਹਾਂ, ਪਰ ਜੇ ਵਾਪਸ ਕਰ ਚੁੱਕੇ ਹਾਂ ਤਾਂ ਉਹ ਹੈ ਕਿੱਥੇ? ਫਿਰ 2019 ਦੇ ਵਿੱਚ ਇਹ ਵੀ ਗੱਲ ਉੱਠੀ ਕਿ ਜਿਹੜਾ ਵਾਪਸ ਕੀਤਾ ਖਜ਼ਾਨਾ ਉਸਨੂੰ ਵੇਚਿਆ ਗਿਆ ਖੁਦ ਹੀ ਸਿੱਖ ਕੌਮ ਦੇ ਵੱਲੋਂ। ਸੋ ਇਸ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ, ਇਸ ਤਰ੍ਹਾਂ ਦਾ ਦੁਖਦਾਈ ਪੱਖ ਸਿੱਖਾਂ ਦੇ ਬੇਸ਼ਕੀਮਤੀ ਖਜ਼ਾਨੇ ਦੇ ਨਾਲ ਜੁੜਿਆ ਹੋਇਆ, ਜਿਹਦਾ ਨਾਮ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ। ਅੱਜ ਅਸੀਂ ਗੱਲਬਾਤ ਕਰਾਂਗੇ 7 ਜੂਨ 2020 ਨੂੰ ਇਸੇ ਮੁੱਦੇ ਤੇ ਕਿ 36 ਸਾਲ ਹੋ ਗਏ ਨੇ ਉਸ ਖਜ਼ਾਨੇ ਨੂੰ ਲੁੱਟੇ ਹੋਏ, ਉਸ ਦੁਖਦਾਈ ਕਾਂਡ ਨੂੰ ਵਾਪਰੇ ਹੋਏ, ਜਿਸ ਨੂੰ ਘੱਲੂਘਾਰੇ ਵਜੋਂ ਵੀ ਸਿੱਖ ਕੌਮ ਯਾਦ ਕਰਦੀ ਹੈ। 36 ਸਾਲ ਬਾਅਦ ਵੀ ਜੇ ਸਿੱਖ ਕੌਮ ਨੂੰ ਪਤਾ ਹੈ ਕਿ ਲਾਇਬ੍ਰੇਰੀ ਅੱਜ ਵੀ ਹੈਗੀ ਹੈ, 36 ਸਾਲ ਬਾਅਦ ਵੀ ਵਾਪਸ ਨਹੀਂ ਲੈ ਸਕੇ, ਕਿੰਨਾ ਵੱਡਾ ਫੇਲੀਅਰ ਹੈ, ਕਿੱਥੇ ਕਮੀ ਹੈਗੀ ਹੈ, ਕਿਸ ਦਾ ਕਸੂਰ ਹੈ ਇਸ ਦੇ ਵਿੱਚ, ਇਹ ਸਾਰੇ ਮੁੱਦਿਆਂ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਭਾਈ ਸਤਨਾਮ ਸਿੰਘ ਖੰਡਾ, ਜਿਹੜੇ ਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੇਵਾ ਨਿਭਾ ਚੁੱਕੇ ਨੇ, 5 ਪਿਆਰਿਆਂ ਦੇ ਵਿੱਚ ਸ਼ਾਮਲ ਸੀਗੇ ਤੇ ਇਸ ਵਕਤ ਉਹ ਸਾਡੇ ਨਾਲ ਕੈਨੇਡਾ ਤੋਂ ਜੁੜ ਰਹੇ ਨੇ। ਤੇ ਨਾਲ ਹੀ ਮਜਿੰਦਰਪਾਲ ਕੌਰ ਜੀ ਸਾਡੇ ਨਾਲ ਜੁੜ ਰਹੇ ਨੇ, ਜਿਹੜੇ ਕਿ ਹਿਊਮਨ ਰਾਈਟਸ ਐਕਟਿਵਿਸਟ ਨੇ, ਨਾਲ ਹੀ ਇੰਟਰਨੈਸ਼ਨਲ ਲਾਇਰ ਨੇ, ਯੂਨਾਈਟਿਡ ਸਿੱਖਸ ਜਥੇਬੰਦੀ ਦੇ ਇੰਟਰਨੈਸ਼ਨਲ ਲੀਗਲ ਡਾਇਰੈਕਟਰ ਵੀ ਨੇ। ਇਹਨਾਂ ਨੂੰ ਅਸੀਂ ਤਾਂ ਲੈ ਰਹੇ ਹਾਂ ਕਿਉਂਕਿ ਇਹਨਾਂ ਨੇ ਕਾਨੂੰਨੀ ਜਿਹੜੀ ਲੜਾਈ ਹੈ ਲਾਇਬ੍ਰੇਰੀ ਨੂੰ ਵਾਪਸ ਲਿਆਉਣ ਦੇ ਲਈ, ਉਸ ਦੇ ਵਿੱਚ ਆਪਣਾ ਬਹੁਤ ਸਮਾਂ ਦਿੱਤਾ ਹੈ। ਸੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮਜਿੰਦਰਪਾਲ ਕੌਰ ਜੀ ਅਤੇ ਭਾਈ ਸਤਨਾਮ ਸਿੰਘ ਖੰਡਾ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਪਹਿਲਾਂ ਮੈਂ ਤੁਹਾਡੇ ਵੱਲ ਹੀ ਆਵਾਂਗੀ। ਤੁਸੀਂ 2004 ਦੇ ਵਿੱਚ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਵਾਪਸ ਲੈਣ ਦਾ। ਉਸ ਤੋਂ ਬਾਅਦ ਅਦਾਲਤ ਨੇ ਹੁਕਮ ਵੀ ਸੁਣਾਇਆ ਸੀ ਕਿ ਸਿੱਖ ਕੌਮ ਨੂੰ ਲਾਇਬ੍ਰੇਰੀ ਦਾ ਜਿਹੜਾ ਖਜ਼ਾਨਾ ਹੈ ਉਹ ਵਾਪਸ ਕੀਤਾ ਜਾਵੇ। ਹੁਣ ਲੜਾਈ ਤੁਹਾਡੀ ਕਿੱਥੇ ਖੜੀ ਹੈ? ਕਾਨੂੰਨੀ ਪੱਖ ਨੇ ਜਿਹੜੇ ਉਹ ਕਿੱਥੇ ਖੜੇ ਨੇ? ਇਹ ਤੁਸੀਂ ਪਹਿਲਾਂ ਬਰੀਫ ਦੇ ਵਿੱਚ ਜ਼ਰੂਰ ਦੱਸੋ। 2002 ਦੇ ਵਿੱਚ ਕੇਸ ਪਾਇਆ ਸੀ ਤੇ 2004 ਦੇ ਵਿੱਚ ਫੈਸਲਾ ਹੋ ਗਿਆ ਸੀ, ਜਿਹਦੇ ਵਿੱਚ ਮਾਨਯੋਗ ਜੱਜ ਨੇ ਕਿਹਾ ਸੀਗਾ ਵੀ ਜੋ ਵੀ ਸਮਾਨ ਉੱਥੋਂ ਚੁੱਕ ਕੇ ਲਿਆਂਦਾ ਗਿਆ ਉਹ ਸਾਰਾ ਭਾਰਤ ਸਰਕਾਰ ਜਿਹੜੀ ਵਾਪਸ ਕਰ ਦੇਵੇ। ਹੁਣ ਆਰਡਰ, ਕਿਉਂਕਿ ਅਸੀਂ ਮੰਗ ਰੱਖੀ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੁਮਾਇੰਦਾ ਜਥੇਬੰਦੀ ਹੈ ਸਿੱਖ ਪੰਥ ਦੀ, ਤੇ ਸਾਰੇ ਮੇਨ ਇਤਿਹਾਸਕ ਗੁਰਦੁਆਰਿਆਂ ਨੂੰ ਉਹ ਆਪਰੇਟ ਕਰਦੀ ਆ, ਉਹੀ ਸਾਰੀ ਦੇਖ ਰੇਖ ਕਰਦੇ ਆ। ਤੇ ਜਿਹੜੀ ਜਗ੍ਹਾ ਤੋਂ ਚੀਜ਼ ਚੁੱਕ ਕੇ ਖੜੀ ਗਈ ਆ ਉੱਥੇ ਹੀ ਵਾਪਸ ਹੋਣੀ ਚਾਹੀਦੀ ਹੈ। ਤੇ ਉਦੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜਿਹੜਾ ਹੈਗਾ ਵਾ ਉਹ ਹੱਕ ਬਣਦਾ ਸੀ ਕਿ ਉਹ ਸਾਰੀ ਲੜਾਈ ਜਿਹੜੀ ਅੱਗੋਂ ਚੁੱਕਦੇ। ਪਰ ਉਹ 2004 ਦੇ ਵਿੱਚ ਜਦੋਂ ਫੈਸਲਾ ਹੋ ਗਿਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੋਈ ਐਡੀ ਕੋਈ ਕਾਰਵਾਈ ਕੀਤੀ ਨਹੀਂ ਹੈ। ਜਾਂ ਇੰਝ ਕਹਿ ਲਓ ਕਿ ਮੈਂ ਉਦੋਂ ਭਰਤੀ ਹੋ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ। ਮੈਂ ਬਾਰ-ਬਾਰ, ਇੱਕ ਵਾਰ ਨਹੀਂ ਕਈ ਵਾਰ ਜਾ ਕੇ ਉਹਨਾਂ ਨੂੰ ਜਾ ਕੇ ਕਹਿੰਦਾ ਰਿਹਾ ਕਿ ਭਾਈ ਤੁਸੀਂ ਕੇਸ ਜਿੱਤਿਆ ਹੋਇਆ ਵਾ, ਤੇ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹਦੇ ਵਿੱਚ
ਸੈਂਕੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ, ਧਾਰਮਿਕ ਪੁਸਤਕਾਂ ਔਰ ਗੁਰੂ ਸਾਹਿਬ ਜੀ ਦੇ ਲਗਭਗ 200 ਦੇ ਕਰੀਬ ਜਿਹੜੇ ਖਰੜੇ ਮੈਨੂਸਕ੍ਰਿਪਟਸ ਜਿਹਨੂੰ ਕਹਿੰਦੇ ਉਹ ਸਾਰੇ ਸਨ, ਔਰ ਕੁਝ 100 ਦੇ ਕਰੀਬ ਪੇਂਟਿੰਗ ਸੀਆਂ ਪੁਰਾਣੀਆਂ। ਔਰ ਇਸ ਤਰ੍ਹਾਂ ਉਹ ਸਾਰਾ ਸਮਾਨ ਜਿਹੜਾ ਮੈਂ ਪ੍ਰੂਫਾਂ ਦੇ ਆਧਾਰ ਦੇ ਉੱਤੇ ਜਾ ਕੇ ਸ਼੍ਰੋਮਣੀ ਕਮੇਟੀ ਨੂੰ ਦੱਸਦਾ ਰਿਹਾ ਵੀ ਭਾਈ ਤੁਸੀਂ ਇਹ ਦੱਸੋ ਵੀ ਜਿਸ ਤਰ੍ਹਾਂ 4 ਮੈਨੂਸਕ੍ਰਿਪਟਸ ਤੇ ਆਪਣੇ 97 ਜਿਹੜੀਆਂ ਪੇਂਟਿੰਗ ਸੀਗੀਆਂ, ਫੋਟੋਆਂ ਸੀ ਜਿਹੜੀਆਂ, ਉਹ ਕਲਚਰਲ ਸੈਂਟਰ ਚੰਡੀਗੜ੍ਹ 'ਚ 38 ਸੈਕਟਰ ਵਿੱਚ ਮੈਂ ਜਾ ਕੇ ਉੱਥੇ ਪੁੱਛਿਆ। ਉਹਨਾਂ ਨੇ ਮੈਨੂੰ ਇੱਕ ਕਟਿੰਗ ਦਿੱਤੀ ਅਖਬਾਰ ਦੀ, ਪੰਜਾਬੀ ਟ੍ਰਿਬਿਊਨ ਤੇ ਅੰਗਰੇਜ਼ੀ ਟ੍ਰਿਬਿਊਨ ਦੀ ਅਖਬਾਰ ਦੀ ਕਟਿੰਗ ਸੀ। ਉਹਦੇ ਵਿੱਚ ਪ੍ਰਿੰਸੀਪਲ ਸਤਬੀਰ ਸਿੰਘ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਪਟਿਆਲੇ ਤੋਂ ਉਹ ਫੋਟੋਆਂ ਜਿਹੜੀਆਂ ਹੈਗੀਆਂ ਸੀਗੀਆਂ ਤਸਵੀਰਾਂ ਉਹ ਵਾਪਸ ਲੈ ਰਹੇ। ਨਾ ਤਾਂ ਉਹ ਮੈਨੂੰ ਅਜੇ ਤੱਕ ਪਟਿਆਲੇ ਤੋਂ ਕਿਤੇ ਲੱਭੀਆਂ ਤੇ ਨਾ ਹੀ ਅੰਮ੍ਰਿਤਸਰ ਕਿਤੇ ਕੋਈ ਉਹਨਾਂ ਨੇ ਦੱਸਿਆ ਵੀ ਆਹ ਜਿਹੜੀਆਂ ਤਸਵੀਰਾਂ ਵਾ ਇੱਥੇ ਰੱਖ ਦਿੱਤੀਆਂ। ਦੂਸਰੀ ਗੱਲ, ਤਸਵੀਰਾਂ ਭਾਵੇਂ ਉਹ ਪੁਰਾਣੀਆਂ ਸੀ ਪਰ ਉਹਨਾਂ ਦੀ ਇੰਨੀ ਜ਼ਿਆਦਾ ਕੀਮਤ ਨਹੀਂ ਕਾਊਂਟਿੰਗ ਹੁੰਦੀ ਜਿੰਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਹੱਥ ਲਿਖਤ ਜਿਹੜੇ ਉੱਥੇ ਲਾਇਬ੍ਰੇਰੀ ਵਿੱਚ ਸੀ ਸਾਰਾ ਚੁੱਕ ਕੇ ਲੈ ਗਏ। ਪਰ ਸ਼੍ਰੋਮਣੀ ਕਮੇਟੀ ਨੇ ਉਦੋਂ ਬਾਅਦ ਕੁਝ ਨਹੀਂ ਕੀਤਾ। ਜੋ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਸੀ, ਚਾਹੇ ਉਹ ਕਿਸੇ ਵੀ ਏਰੀਏ ਦੇ ਸਿੱਖਾਂ ਵਾਸਤੇ ਸੀ, ਪਰ ਉਹ ਸਾਡੇ ਵਾਸਤੇ ਬਹੁਤ ਇੱਕ ਵੱਡੀ ਪ੍ਰੇਰਨਾ ਸਰੋਤ ਦਾ ਇੱਕ ਸਰੋਤ ਸੀਗਾ। ਤੇ ਉਹ ਸਾਰਾ ਕੁਝ ਭਾਰਤ ਸਰਕਾਰ ਚੁੱਕ ਕੇ ਲੈ ਗਈ, ਪਰ ਕੋਈ ਵੀ ਅਜੇ ਤੱਕ ਵਾਪਸ ਨਹੀਂ ਆਇਆ। ਜਿਹੜਾ ਅਗਲਾ ਕਾਰਵਾਈ ਜਿਹੜੀ ਆ ਉਹ ਤਾਂ ਹੁਣ ਫਿਰ ਦੇਖਦੇ ਆ ਕੀ ਕਰਨਾ। ਭੈਣ ਜੀ ਮਜਿੰਦਰਪਾਲ ਕੌਰ ਨੂੰ ਹੈਂਡਲ ਕਰ ਰਹੇ। ਜੀ ਜੀ ਬਿਲਕੁਲ ਜੀ। ਭੈਣ ਜੀ ਮਜਿੰਦਰਪਾਲ ਕੌਰ ਜੀ, ਤੁਸੀਂ ਜ਼ਰੂਰ ਦੱਸੋ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਤੁਸੀਂ ਹੈਂਡਲ ਕਰ ਰਹੇ ਹੋ, ਕੀ ਅਪਡੇਟ ਹੈ ਤੁਹਾਡੇ ਕੋਲ? ਹਰਸ਼ਰਨ ਕੌਰ ਜੀ, ਤੁਹਾਨੂੰ ਵੀ ਯਾਦ ਹੋਏਗਾ ਜੁਲਾਈ ਦਾ ਮਹੀਨਾ ਸੀ ਪਿਛਲੇ ਸਾਲ 2019 ਵਿੱਚ, ਜਦੋਂ ਆਪਾਂ ਸਾਰੇ ਇੱਕ ਮੀਟਿੰਗ ਤੇ ਗਏ ਸੀ। SGPC ਦੀ ਮੀਟਿੰਗ ਹੋਈ ਸੀ ਕਮੇਟੀ ਦੀ, ਜਿਹੜੀ ਕਮੇਟੀ ਉਹਨਾਂ ਨੇ ਸੈਟਅਪ ਕੀਤੀ ਸੀ ਜਾਂਚ ਕਰਨ ਲਈ। ਹੁਣ ਜਿਨ੍ਹਾਂ ਨੇ ਇਸ ਇਸ਼ੂ ਦੇ ਪਿੱਛੇ ਫੋਲੋ ਕੀਤਾ, ਉਹਨਾਂ ਨੂੰ ਸਭ ਪਤਾ ਹੈ ਕਿ ਪਿਛਲੇ ਸਾਲ ਇੱਕ ਖਬਰ ਨਿਕਲੀ ਸੀ ਕਿ ਜੋ ਸਰੂਪ ਵਾਪਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ SGPC ਨੂੰ ਮਿਲੇ ਸਨ, ਉਹਨਾਂ ਦੇ ਲਫ਼ਜ਼ਾਂ ਵਿੱਚ, ਉਹ ਬਾਜ਼ਾਰਾਂ ਵਿੱਚ ਆਕਸ਼ਨ ਘਰਾਂ ਦੇ ਵਿੱਚ ਵਿਕਦੇ ਕਿਸੇ ਨੇ ਵੇਖੇ ਨੇ ਤੇ ਜਾ ਰਹੇ ਨੇ। ਇਹ ਗੱਲ ਐਸੇ ਬੰਬ ਵਾਂਗ ਫੱਟੀ ਸੀ ਕਿ ਸਾਰਿਆਂ ਨੇ ਉਂਗਲ SGPC ਨੂੰ ਲਾਈ ਸੀ ਵੀ ਤੁਸੀਂ ਦੱਸੋ ਇਹ ਗੱਲ ਕੀ ਹੋ ਰਹੀ ਹੈ। ਉਹਨਾਂ ਨੇ ਕਮੇਟੀ ਬਣਾਈ ਸੀ। ਉਸ ਕਮੇਟੀ ਦਾ ਜੋ ਮੁਖੀ ਨੇ ਬੀਬੀ ਜਗੀਰ ਕੌਰ, ਉਹਨਾਂ ਨੂੰ ਆਪਾਂ ਖੁਦ ਮਿਲੇ ਸਾਂ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕੀ ਕਰ ਰਹੇ ਹੋ, ਕਿਉਂਕਿ ਜਿਹੜੀ ਗੱਲ ਸਤਨਾਮ ਸਿੰਘ ਜੀ ਕਹਿ ਰਹੇ ਨੇ ਵੀ ਜੋ ਇਹਨਾਂ ਨੇ ਕੇਸ ਪਾਈ ਸੀ 2000 ਵਿੱਚ ਤੇ ਜਿਸ ਦਾ ਹੱਲ 2004 ਵਿੱਚ ਮਿਲਿਆ ਸੀ, ਉਹਦੇ ਬਾਰੇ ਤਾਂ ਸਾਨੂੰ ਉਨਾ ਕੁ ਤਾਂ ਪਤਾ ਸੀ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਉਸੇ ਸਾਲ 84 ਵਿੱਚ 205 ਸਰੂਪ ਅਤੇ 4 ਕੇ 2 ਦਸਮ ਗ੍ਰੰਥ ਦੇ ਸਰੂਪ ਵਾਪਸ ਦਿੱਤੇ ਗਏ ਸਨ SGPC। ਉਸ ਸਰੂਪ ਦੀ ਗੱਲ ਸੀ ਪਿਛਲੇ ਸਾਲ ਜੋ ਨਿਕਲੀ, ਜਿਸ ਕਰਕੇ ਇਹ ਬਹੁਤ ਵੱਡਾ ਬੰਬ ਫੁੱਟਿਆ ਸੀ। ਇਹ ਸਰੂਪ ਕਿੱਥੇ ਨੇ, ਕੋਈ ਅਸੀਂ ਬਾਜ਼ਾਰਾਂ 'ਚ ਵਿਕਦੇ ਵੇਖੇ ਨੇ। ਤੇ ਉਹ ਜਿਹੜੀ ਕਮੇਟੀ ਜਿਹੜੀ ਸੈਟਅਪ ਕੀਤੀ, ਕਮੇਟੀ ਨੇ ਤਕਰੀਬਨ ਜੋ ਵੀ ਕੰਮ ਹੋ ਰਿਹਾ ਸੀ ਉਹ ਬੰਦ ਕਰ ਦਿੱਤਾ, ਕਿਉਂਕਿ ਜਦੋਂ ਇੱਕ ਕਮੇਟੀ ਬਣ ਜਾਂਦੀ ਹੈ ਸਾਰੇ ਉਸਦੇ ਆਸ ਵਿੱਚ ਕਹਿੰਦੇ ਨੇ ਵੀ ਤੁਸੀਂ ਜਵਾਬ ਦਿਓ। ਸੋ ਹਰਸ਼ਰਨ ਕੌਰ ਜੀ, ਸਾਨੂੰ ਬੀਬੀ ਜਗੀਰ ਕੌਰ ਤੋਂ ਪਤਾ ਲੈਣਾ ਚਾਹੀਦਾ ਹੈ ਜਿਹੜੀ ਉਹਨਾਂ ਨੇ ਕਮੇਟੀ ਸੈਟਅਪ ਕੀਤੀ ਸੀ ਇਹ ਜਾਂਚ ਕਰਨ ਲਈ ਵੀ ਜਿਹੜੇ 205 ਸਰੂਪ 185 ਜਿਹੜੇ ਇੱਕ ਥਾਂ ਤੋਂ ਮਿਲੇ ਸਨ ਸਤੰਬਰ 84 ਵਿੱਚ, ਫਿਰ 20 ਸਰੂਪ ਜੋ ਅਕਤੂਬਰ 84 ਵਿੱਚ ਮਿਲੇ ਸਨ, ਜਿਸ ਦੇ ਸਿਗਨੇਚਰਸ ਹਨ PSPC ਦੇ ਮੁਲਾਜ਼ਮਾਂ ਨੇ ਲਏ ਨੇ, ਉਹ ਅੱਜ ਕਿੱਥੇ ਨੇ? ਉਸ ਦਾ ਜਦੋਂ ਜਵਾਬ ਸ਼ੁਰੂ ਹੋ ਜਾਏਗਾ ਨਾ, ਫਿਰ ਅਸੀਂ ਪਿੱਛੇ ਜਾਵਾਂਗੇ ਵੀ ਜੋ ਲਾਇਬ੍ਰੇਰੀ ਤੋਂ ਚੁੱਕੇ ਸਨ ਸਰੂਪ ਉਹ ਕਿੱਥੇ ਨੇ। ਜੀ ਜੀ ਬਿਲਕੁਲ ਬਿਲਕੁਲ ਮਜਿੰਦਰਪਾਲ ਕੌਰ ਜੀ, ਅਸਲ ਦੇ ਵਿੱਚ ਬੀਬੀ ਜਗੀਰ ਕੌਰ ਨੇ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨਾ ਸੀ। ਉਹਨਾਂ ਨੂੰ ਅਸੀਂ ਲਾਈਨ ਅਪ ਕੀਤਾ ਸੀ, ਪਰ ਬਿਲਕੁਲ ਐਂਡ ਟਾਈਮ ਤੇ ਆ ਕੇ ਉਹਨਾਂ ਦਾ ਮੋਬਾਈਲ ਫੋਨ ਹੈ ਜਿਹੜਾ ਉਹ ਸਵਿਚ ਆਫ ਹੋਣਾ ਸ਼ੁਰੂ ਹੋ ਗਿਆ। ਤੇ ਉਹਨਾਂ ਨੂੰ ਅਸੀਂ ਜ਼ਰੂਰ ਲੈਣਾ ਸੀ ਇਸ ਮਸਲੇ ਦੇ ਵਿੱਚ ਕਿ ਆਖਿਰਕਾਰ ਇੰਨੇ ਵੱਡੇ ਗਵਾਹ ਹੋਣ ਦੇ ਬਾਵਜੂਦ ਵੀ ਸਾਡੇ ਹੱਥ ਖਾਲੀ ਕਿਉਂ ਨੇ, SGPC ਦੇ ਜਾਂ ਸਿੱਖ ਕੌਮ ਦੇ ਹੱਥ ਖਾਲੀ ਕਿਉਂ ਨੇ? ਤੁਹਾਨੂੰ ਯਾਦ ਕਰਵਾ ਦਈਏ 2019 ਦੀ ਤੁਸੀਂ ਗੱਲ ਕੀਤੀ
ਉਦੋਂ ਐਸਜੀਪੀਸੀ ਦੇ ਜਿਹੜੇ ਮੌਜੂਦਾ ਸਕੱਤਰ ਹੈਗੇ ਨੇ, ਮੁੱਖ ਸਕੱਤਰ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜੂਨ 2019 ਦੇ ਵਿੱਚ। ਡਾਕਟਰ ਰੂਪ ਸਿੰਘ ਨੇ ਉਹਨਾਂ ਨੇ ਦੱਸਿਆ ਸੀ ਕਿ ਸਾਡੇ ਕੋਲ ਜਦੋਂ ਫੌਜ ਲੁੱਟ ਕੇ ਲੈ ਕੇ ਗਈ ਹੈਗੀ ਹੈ ਤਾਂ ਉਦੋਂ ਸਾਡੇ ਕੋਲ 12,613 ਕਿਤਾਬਾਂ, ਹੱਥ ਲਿਖਤ ਖਰੜੇ ਤੇ ਅਖਬਾਰ ਸੀਗੇ, 500 ਲਿਖਤ ਸਰੂਪ ਸੀ। ਫਿਰ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 205 ਸਰੂਪ ਵਾਪਸ ਆਏ ਨੇ, ਜਿਹੜੀ ਡਾਕਟਰ ਅਨੁਰਾਗ ਸਿੰਘ ਨੇ ਜਾਣਕਾਰੀ ਦਿੱਤੀ ਹੈ। 807 ਪੁਸਤਕਾਂ ਵਾਪਸ ਆਈਆਂ ਨੇ, ਇੱਕ ਹੁਕਮਨਾਮਾ ਵਾਪਸ ਆਇਆ। ਸਵਾਲ ਇਹੀ ਸੀ ਕਿ ਜੇ ਵਾਪਸ ਆਏ ਨੇ ਤਾਂ ਹੈ ਕਿੱਥੇ ਨੇ? ਹੋਏ ਨੇ। ਉਸ ਤੋਂ ਬਾਅਦ ਇਹ ਸਵਾਲ ਉੱਠਿਆ ਸੀ ਕਿ ਦੇਖੇ ਗਏ ਨੇ। ਫਿਰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਹੁਣ ਜਿਹੜੀਆਂ ਮੌਜੂਦ ਨੇ ਕਿਤਾਬਾਂ 24,999, 1,398 ਹੱਥ ਲਿਖਤ ਪੋਥੀਆਂ ਤੇ 560 ਹੱਥ ਲਿਖਤ ਸਾਡੇ ਕੋਲ ਗ੍ਰੰਥ, ਉਹ ਕਹਿੰਦੇ ਕਿ ਹੈਗੇ ਨੇ ਸਾਡੇ ਕੋਲ। ਪਰ ਉਸ ਵੇਲੇ ਅਸੀਂ ਵੀ ਇਸ ਗੱਲ ਦੀ, ਇਸ ਚੀਜ਼ ਦੀ ਕਵਰੇਜ ਕੀਤੀ ਸੀ, ਸਾਰੀ ਸਟੋਰੀ ਦੀ, ਤਾਂ ਲਾਇਬ੍ਰੇਰੀ ਦੇ ਵਿੱਚ ਸਾਨੂੰ ਜਿਹੜੇ ਵਾਪਸ ਆਏ ਨੇ ਨਾ 205 ਸਰੂਪ, ਉਹ ਦਿਖਾਏ ਨਹੀਂ ਜਾ ਰਹੇ। ਉਹ ਹੈਗੇ ਕਿੱਥੇ ਨੇ? ਸਭ ਤੋਂ ਵੱਡਾ ਸਵਾਲ ਇਹੀ ਉੱਠਦਾ ਕਿ ਜੇ ਹੈਗੇ ਨੇ, ਸਾਨੂੰ ਦਿਖਾਉਣ ਦੇ ਵਿੱਚ ਕੀ ਹਰਜ ਹੈ? ਅਸੀਂ ਪੰਥ ਦੇ ਸਾਹਮਣੇ ਕਿਉਂ ਨਹੀਂ ਅਸੀਂ ਕਹਿ ਸਕਦੇ ਕਿ ਸਾਡੇ ਕੋਲ ਆਹ ਸਰੂਪ ਪਏ ਨੇ ਜਿਹੜੇ ਵਾਪਸ ਹੋਏ ਨੇ? ਤਾਂ ਇਹ ਸਵਾਲ ਤਾਂ ਉੱਠੇ ਗਏ। ਸੋ ਸਿੰਘ ਸਾਹਿਬ ਜੀ, ਅਸਲ ਦੇ ਵਿੱਚ ਫੇਲੀਅਰ ਕਿੱਥੇ ਹੈਗਾ? ਜਿਹੜਾ ਸਾਡਾ ਮੁੱਦਾ ਹੈਗਾ ਅੱਜ ਦਾ ਕਿ 36 ਸਾਲ ਬਾਅਦ ਵੀ ਜੇ ਕੌਮ ਵਾਪਸ ਨਹੀਂ ਲੈ ਸਕੀ ਆਪਣੀ ਲਾਇਬ੍ਰੇਰੀ, ਪਤਾ ਹੈ ਸਾਰਿਆਂ ਨੂੰ ਕਿ ਹੈਗੀ ਹੈ ਉਹ। ਜਿਹੜੀਆਂ ਗੱਲਾਂ ਖੁਲਾਸੇ ਕੀਤੇ ਸੀਗੇ, ਰਣਜੀਤ ਸਿੰਘ ਨੰਦਾ ਨੇ ਖੁਲਾਸੇ ਕੀਤੇ ਸੀ ਕਿ ਅਸੀਂ ਖੁਦ ਲੈ ਕੇ ਗਏ ਸੀ ਇੰਨੇ ਟਰੰਕਾਂ ਦੇ ਵਿੱਚ। ਜੇ ਹੈਗੀ ਆ ਲਾਇਬ੍ਰੇਰੀ, ਵਾਪਸ ਨਹੀਂ ਲੈ ਸਕੇ, ਕਿਹਦਾ ਫੇਲੀਅਰ ਮੰਨਦੇ ਹੋ ਤੁਸੀਂ? ਇਹਦੇ ਵਿੱਚ ਫੇਲੀਅਰ ਤਾਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਨਾਂਗੇ, ਕਿਉਂਕਿ ਸਰਦਾਰ ਰਣਜੀਤ ਸਿੰਘ ਨੰਦਾ ਤੇ ਸ਼ਬਦਲ ਸਿੰਘ ਜਦੋਂ ਸਾਹਮਣੇ ਆਏ ਸਨ, ਉਸ ਟਾਈਮ ਤੇ ਹੀ ਮਨਜੀਤ ਸਿੰਘ ਕਲਕੱਤਾ ਹੋਣੀ ਇਸ ਗੱਲ ਨੂੰ ਐਕਸੈਪਟ ਕਰ ਚੁੱਕੇ ਆ। ਨੈਟ ਤੇ ਪੈ ਗਈ ਵੀ ਹਾਂ ਰਣਜੀਤ ਸਿੰਘ ਨੰਦਾ ਤੇ ਸ਼ਬਦਲ ਸਿੰਘ ਮੇਰੇ ਕੋਲ ਆਏ ਸੀ। ਉਹਨਾਂ ਨੇ ਸਨ 2000 ਦੇ ਵਿੱਚ ਇੱਕ ਗੱਲ ਕਲੀਅਰ ਕੀਤੀ ਸੀ, ਜਦੋਂ ਉਹਨਾਂ ਦੀ ਰਿਟਾਇਰਮੈਂਟ ਹੁੰਦੀ ਹੈ। ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਜਲੰਧਰ ਦੇ ਵਿਖੇ ਪ੍ਰੈਸ ਕਾਨਫਰੰਸ ਕੀਤੀ ਸੀ। ਇੱਕ ਦਿਨ ਨੰਦਾ ਜੀ ਨੇ ਕੀਤੀ, ਇੱਕ ਦਿਨ ਸ਼ਬਦਲ ਸਿੰਘ ਨੇ ਕੀਤੀ। ਦੋਨਾਂ ਦੀ ਗੱਲ ਨੂੰ ਮਿਲਾਈਏ ਤੇ ਗੱਲ ਇੱਥੇ ਆਉਂਦੀ ਹੈ ਕਿ ਇਹ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਆ, ਉਹ ਸੜੀ ਨਹੀਂ ਹੈ, ਉਹ ਸਗੋਂ ਚੁੱਕ ਕੇ ਲੈ ਕੇ ਗਏ ਨੇ ਦਿੱਲੀ। ਉਹਦੇ ਵਿੱਚ ਚੁੱਕਣ ਵਾਲਿਆਂ ਦੇ ਵਿੱਚ ਸ਼ਬਦਲ ਸਿੰਘ ਤੇ ਰਣਜੀਤ ਸਿੰਘ ਨੰਦਾ ਖੁਦ ਸੀਗੇ। ਤੇ ਉਹਨਾਂ ਨੇ ਕਿਹਾ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟਾਈਮ ਟੂ ਟਾਈਮ ਜਾ ਕੇ ਦੱਸਦੇ ਰਹੇ ਹਾਂ ਕਿ ਆਹ ਵੇਖੋ ਜੀ, ਭਗਤ ਬਾਣੀ ਸਟੀਕ ਤੁਹਾਨੂੰ ਪ੍ਰੂਫ ਵਜੋਂ ਦੇਣ ਲੱਗੇ ਆ, ਪੰਜ ਬਾਣੀਆਂ ਦਾ ਨਿਤਨੇਮ ਜਿਹੜਾ ਉਹਦਾ ਜਿਹੜੀ ਕਥਾ ਵਾ ਉਹ ਤੁਹਾਨੂੰ ਦੇਣ ਲੱਗੇ ਆ। ਇਸ ਤਰ੍ਹਾਂ ਕਰਕੇ ਉਹਨਾਂ ਨੇ ਪ੍ਰੂਫ ਵਜੋਂ ਕੁਝ ਪੋਥੀਆਂ ਜਿਹੜੀਆਂ ਸੀ ਉਸ ਯੂਥ ਹੋਸਟਲ ਦੇ ਵਿੱਚ, ਜਿੱਥੇ ਪਹਿਲਾਂ ਸਭ ਤੋਂ ਪਹਿਲਾਂ ਲਾਇਬ੍ਰੇਰੀ ਰੱਖੀ ਗਈ, ਜਿੱਥੇ 10-15 ਦਿਨ ਲਾਇਬ੍ਰੇਰੀ ਦੀ ਛਾਣਬੀਣ ਹੁੰਦੀ ਰਹੀ, ਔਰ ਉੱਥੇ ਜਾ ਕੇ ਉਸ ਸ਼ਬਦਲ ਸਿੰਘ ਇਹ ਵੀ ਕਹਿੰਦਾ ਕਿ ਅਸੀਂ ਉੱਥੇ ਜਾ ਕੇ ਇਤਰਾਜ਼ ਕੀਤਾ ਵੀ ਆਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਫਰਸ਼ ਤੇ ਕਿਉਂ ਰੱਖੇ ਆ। ਫਿਰ ਉਹਨਾਂ ਨੇ ਇੱਕ ਟੇਬਲ ਜਿਹੜਾ ਸੀ ਉਹਨਾਂ ਨੂੰ ਆਪਰੇਟ ਕਰਕੇ ਦਿੱਤਾ ਤੇ 18 ਜਿਹੜੇ ਟਰੰਕ ਸੀ ਵੱਡੇ ਲੈ ਕੇ, ਤੇ ਉਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਸਰੂਪ ਜਿਹੜੇ ਸ਼ੋਭਿਤ ਕੀਤੇ ਗਏ। ਇਹ ਸਾਰੀਆਂ ਗੱਲਾਂ ਉਹ ਸ਼੍ਰੋਮਣੀ ਕਮੇਟੀ ਨੂੰ ਟਾਈਮ ਟੂ ਟਾਈਮ ਆ ਕੇ ਦੱਸਦੇ ਰਹੇ। ਔਰ 2002 ਦੇ ਵਿੱਚ ਆਪਾਂ ਕੇਸ ਪਾ ਕੇ ਲੜੇ। 2004 ਵਿੱਚ ਫੈਸਲਾ ਹੋਇਆ, ਉਹਦੀ ਕਾਪੀ ਮੈਂ ਪ੍ਰਧਾਨ ਨੂੰ ਦੇ ਕੇ ਆਇਆ। ਉਸ ਵੇਲੇ ਅਲਵਿੰਦਰਪਾਲ ਸਿੰਘ ਪੱਖੋਕੇ ਸਨ। ਪਰ ਉਦੋਂ ਬਾਅਦਾਂ ਜੇ ਆਪਾਂ ਵੇਖੀਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਜਿੱਤੇ ਹੋਏ ਕੇਸ ਨੂੰ ਵੀ ਆਪਾਂ ਇਹੋ ਕਹਾਂਗੇ ਵੀ ਫੇਲ ਕਰ ਦਿੱਤਾ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਉਦੋਂ ਬਾਅਦਾਂ ਕੀਤਾ ਹੀ ਕੁਝ ਨਹੀਂ। ਇਹਦਾ ਕਾਰਨ ਕੀ ਹੋ ਸਕਦਾ ਹੈ? ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਕਲੇਅਰ ਕਰੇ, ਪਰ ਜਿਹੜਾ ਉਹਨੇ ਕਰਨਾ ਕੁਝ ਨਹੀਂ ਹੈ ਜੀ। ਹੁਣ ਵੀ ਮਤਲਬ ਕੋਈ ਆਸ ਨਹੀਂ ਹੈ ਸਾਨੂੰ ਕਿ ਕਮੇਟੀ ਕੁਝ ਕਰੇਗੀ। ਹੁਣ ਕਮੇਟੀ ਜਿਹੜੀ ਵੀ, ਕਿਉਂਕਿ ਮੇਰਾ ਪਿਛਲੇ ਹੁਣ ਤਾਂ 4-5 ਸਾਲ ਹੋ ਗਏ ਅਸੀਂ ਬਾਹਰ ਆ ਗਏ ਆ, ਪਹਿਲਾਂ 10-12 ਸਾਲ ਉੱਥੇ ਸੇਵਾ ਨਿਭਾਈ ਅਕਾਲ ਤਖਤ ਸਾਹਿਬ ਤੇ ਉੱਥੇ ਹੀ ਸਭ ਕੁਝ ਦੇਖਿਆ ਵੀ ਜਿਹੜੀ ਕਮੇਟੀ ਜਿਹੜੀ ਆ, ਜਦੋਂ ਆਪਾਂ ਕਮੇਟੀ ਦੇ ਵਿੱਚ ਮੁਲਾਜ਼ਮ ਜਾਂ ਜਿਹੜੇ ਪ੍ਰਧਾਨ ਰਹਿ ਚੁੱਕੇ ਆ, ਜਿਨ੍ਹਾਂ ਨੇ ਲਾਇਬ੍ਰੇਰੀ ਪ੍ਰਤੀ ਨੈਗੇਟਿਵ ਸੋਚ ਰੱਖੀ, ਕੁਝ ਵੀ ਉਹਨਾਂ ਨੇ ਆਪਦੇ ਪ੍ਰਧਾਨਗੀ ਕਾਲ ਦੇ ਵਿੱਚ ਕੁਝ ਵੀ ਉਹਨਾਂ ਨੇ ਇਹੋ ਜਿਹਾ ਉਦਮ ਨਹੀਂ ਕੀਤਾ ਜਿਹਦੇ ਨਾਲ ਸਿੱਖ ਮਸਲੇ ਹੱਲ ਕੀਤੇ ਜਾ ਸਕਣ, ਤੇ ਉਹਨਾਂ ਨੂੰ ਹੀ ਮੈਂਬਰ ਬਣਾ ਦੇਣਾ, ਜਾਂ ਉਹਨਾਂ ਵਿੱਚੋਂ ਕਿਰਪਾਲ ਸਿੰਘ ਬਡੂੰਗਰ ਹੋਣਾ ਨੂੰ, ਪੜ੍ਹੇ ਲਿਖੇ ਬੰਦਿਆਂ ਨੂੰ ਇੱਕ ਪ੍ਰਧਾਨ ਬਣਾ ਦੇਣਾ, ਮੁਖੀ ਬਣਾ ਦੇਣਾ। ਤੇ ਪਰ ਉਹਨਾਂ ਦੇ ਵਿੱਚ ਵੀ ਜਿਸ ਤਰ੍ਹਾਂ ਭੈਣ ਜੀ ਮਜਿੰਦਰਪਾਲ ਤੇ ਤੁਸੀਂ ਗਏ ਹੋ, ਤੇ ਭੈਣ ਜੀ ਦੂਸਰੀ ਮੀਟਿੰਗ ਵਿੱਚ ਮੈਂ ਗਿਆ ਸੀ ਤੇ ਮੈਂ ਉਹਨਾਂ ਨੂੰ ਜਾ ਕੇ ਸਭ ਕੁਝ ਦੱਸਿਆ ਸੀ। ਉਹ ਮੈਨੂੰ ਸਵਾਲ ਕਰ ਰਹੇ ਸੀ ਵੀ ਤੁਸੀਂ ਦੱਸੋ ਲਾਇਬ੍ਰੇਰੀ ਕਿੱਥੇ ਹੋਏਗੀ, ਕੀ ਹੋਏਗੀ, ਕਿਵੇਂ ਹੋਏਗੀ, ਜਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਇੰਗਲੈਂਡ ਦੀ ਗੱਲ ਜਿਹੜੀ ਕਰਦੇ ਆ ਉਹਦੇ ਵਿੱਚ ਹੋਊਗਾ ਵੀ ਉਹ ਕਿੱਥੇ ਹੋਊਗਾ। ਮੈਂ ਕਿਹਾ ਇਹ ਤਾਂ ਤੁਹਾਡੇ ਕੋਲ ਸੋਰਸ ਹੈਗੇ ਆ, ਤੁਸੀਂ ਲੱਭੋ।
ਤੁਹਾਨੂੰ ਅਗਲਿਆਂ ਨੇ ਚੈਲੰਜ ਕਰ ਦਿੱਤਾ ਵੀ ਤੁਸੀਂ ਜਿਹੜਾ ਦਸਮ ਗ੍ਰੰਥ ਦਾ ਸਰੂਪ ਹੈ ਉਹ ਤੁਸੀਂ 5000 'ਚ ਵੇਚ ਕੇ ਆਏ ਹੋ, ਹੁਣ ਤੁਸੀਂ ਡਿਕਲੇਅਰ ਕਰੋ। ਇਹ ਮੈਨੂੰ ਜਾਪਦਾ ਵੀ ਸ਼੍ਰੋਮਣੀ ਕਮੇਟੀ ਦੀਆਂ, ਮੇਰਾ ਤਜਰਬਾ ਹੈ ਕਿ ਜਿੰਨੀਆਂ ਵੀ ਕਮੇਟੀਆਂ ਹੁੰਦੀਆਂ ਉਹ ਸਿਰਫ ਟਾਈਮ ਲੰਘਾਉਣ ਵਾਸਤੇ ਹੁੰਦੀਆਂ। ਕਦੀ ਵੀ ਉਹਨਾਂ ਨੇ ਕੋਈ ਨਿਰਪੱਖ ਜਿਹੜਾ ਫੈਸਲਾ ਕਦੀ ਵੀ ਇਹਨਾਂ ਦੀਆਂ ਕਮੇਟੀਆਂ ਨੇ ਨਹੀਂ ਕੀਤਾ। ਦੂਸਰੀ ਗੱਲ, ਜਿਹੜੇ ਆਪ ਦੋਸ਼ੀ ਨੇ ਜਿਨ੍ਹਾਂ ਨੇ ਇਸ ਕੰਮ ਦੇ ਉੱਤੇ ਕੰਮ ਹੀ ਨਹੀਂ ਕੀਤਾ, ਪ੍ਰਧਾਨਗੀਆਂ ਵੀ ਸਾਂਭੀਆਂ, ਸਾਰਾ ਕੁਝ, ਉਹ ਜਿਹੜੇ ਹੈਗੇ ਆਪਣੇ ਕੀ ਕਹਿੰਦੇ ਹੁੰਦੇ ਆ ਸਹੂਲਤਾਂ ਜਿਹੜੀਆਂ ਉਹਨਾਂ ਦਾ ਆਨੰਦ ਮਾਣਿਆ, ਪਰ ਉਹਨਾਂ ਨੇ ਪਹਿਲੋਂ ਆਪਦੇ ਜਦੋਂ ਉਹ ਪ੍ਰਧਾਨ ਸੀਗੇ ਉਦੋਂ ਕੁਛ ਨਹੀਂ ਕੀਤਾ, ਤੇ ਹੁਣ ਉਹਨਾਂ ਦੀ ਕਮੇਟੀ ਨੇ ਕੀ ਕਰਨਾ। ਆ ਥੋੜੇ ਦਿਨ ਪਹਿਲੋਂ ਇੱਕ ਵੀਰ ਨੇ ਕਿਰਪਾਲ ਸਿੰਘ ਬਡੂੰਗਰ ਹੋਣਾ ਨੂੰ ਫੋਨ ਕੀਤਾ, ਰਾਜਵਿੰਦਰ ਸਿੰਘ ਰਾਹੀ ਨੇ, ਉਹਨਾਂ ਪੁੱਛਿਆ ਵੀ ਤੁਹਾਡੀ ਕਮੇਟੀ ਨੇ ਕੀ ਕੀਤਾ ਜੀ, 1 ਸਾਲ ਤੋਂ ਉੱਪਰ ਹੋ ਗਿਆ। ਉਹ ਕਹਿਣ ਲੱਗਾ ਜੀ ਕਰੋਨਾ ਸਾਹਿਬ, ਇਸ ਤਰ੍ਹਾਂ ਉਹ ਬੋਲ ਰਿਹਾ ਕਿਰਪਾਲ ਸਿੰਘ ਬਡੂੰਗਰ ਵੀ ਕਰੋਨਾ ਸਾਹਿਬ ਦੀ ਮਿਹਰਬਾਨੀ ਹੋ ਗਈ ਜੀ, ਉਦੋਂ ਬਾਅਦ ਆ ਮੀਟਿੰਗ ਨਹੀਂ ਹੋ ਸਕੀ। ਕੀ ਤੁਸੀਂ ਆਪਦੇ ਦੂਜੇ ਕੰਮ ਨਹੀਂ ਕਰਦੇ? ਤੁਸੀਂ ਬਾਕੀ ਸਾਰੀਆਂ ਗੱਲਾਂ ਕਰਦੇ ਹੋ ਤੇ ਵੀਡੀਓ ਕਾਨਫਰੰਸ ਰਾਹੀਂ ਤੁਸੀਂ ਮੀਟਿੰਗ ਨਹੀਂ ਕਰ ਸਕਦੇ। ਮੈਂ ਮਤਲਬ ਇਹ ਤਾਂ ਸ਼੍ਰੋਮਣੀ ਕਮੇਟੀ ਦੀਆਂ ਇਨਕੁਆਇਰੀਆਂ ਜਿਹੜੀਆਂ ਲੱਗਦੀਆਂ ਉਹ ਤਾਂ ਸਿਰਫ ਇਰਦ ਖੁਰਦ ਕਰਨ ਦੀ ਗੱਲ ਹੁੰਦੀ ਆ, ਹੋਰ ਕੁਝ ਨਹੀਂ ਕਰਦੇ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਬਡੂੰਗਰ ਸਾਹਿਬ ਦੀ, ਕਿਉਂਕਿ ਉਹ ਵੀ ਕਮੇਟੀ ਦੇ ਵਿੱਚ ਨੇ, ਹੈਡ ਕਰ ਰਹੇ ਨੇ। ਬੀਬੀ ਜਗੀਰ ਕੌਰ ਨੇ ਵੀ ਇਹੀ ਤਰਕ ਦਿੱਤਾ ਸੀ ਅੱਜ ਸਵੇਰੇ ਜਦੋਂ ਗੱਲ ਹੋਈ। ਉਹ ਕਹਿੰਦੇ ਕਿ ਕਰੋਨਾ ਕਰਕੇ ਮੀਟਿੰਗਸ ਨੇ ਜਿਹੜੀਆਂ ਉਹ ਰੁਕੀਆਂ ਹੋਈਆਂ, ਅਸੀਂ ਪ੍ਰੋਸੀਡ ਨਹੀਂ ਕਰ ਪਾ ਰਹੇ, ਬਟ ਜਿਹੜੀ ਮੀਟਿੰਗ ਹੈਗੀ ਆ ਲਾਸਟ, ਉਹ ਸਤੰਬਰ 2019 ਦੇ ਵਿੱਚ ਹੋਣੀ ਸੀ, ਤੇ ਕਰੋਨਾ ਤਾਂ ਮਾਰਚ ਐਂਡ ਦੇ ਵਿੱਚ ਆਉਂਦਾ ਪੰਜਾਬ 'ਚ। ਜੇ ਗੱਲ ਕਰੀਏ ਤਾਂ ਇਹ ਬਿਲਕੁਲ ਸਵਾਲ ਉੱਠਦੇ ਨੇ, SGPC ਦੀ ਨੀਅਤ ਦੇ ਉੱਤੇ ਸਵਾਲ ਉੱਠਦੇ ਨੇ, ਜਾਂਚ ਕਮੇਟੀ ਦੀ ਕਿੰਨੀ ਕੁ ਇਮਾਨਦਾਰੀ ਹੈ ਇਸ ਮਸਲੇ ਵਿੱਚ, ਉੱਤੇ ਵੀ ਸਵਾਲ ਉੱਠਦੇ ਨੇ। ਸੋ ਭਾਈ ਸਾਹਿਬ, ਤੁਸੀਂ ਕਿਹਾ ਸੀ ਕਿ ਤੁਹਾਡੇ ਜਿਹੜੇ ਕੇਸ ਦੇ ਵਿੱਚ ਜਿਹੜੇ ਸ਼ਬਦਲ ਸਿੰਘ ਤੇ ਰਣਜੀਤ ਸਿੰਘ ਨੰਦਾ, ਉਹ ਵੀ ਤੁਹਾਡੇ ਕੇਸ ਦੇ ਵਿੱਚ ਗਵਾਹ ਵਜੋਂ ਜੁੜੇ ਸੀਗੇ। ਉਹਨਾਂ ਨੇ ਕੀ ਕੁਝ ਪ੍ਰੈਸ ਕਾਨਫਰੰਸ ਦੇ ਵਿੱਚ, ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਕੀ ਕੁਝ ਖੁਲਾਸੇ ਕੀਤੇ ਸੀ? ਦਰਸ਼ਕਾਂ ਨੂੰ ਥੋੜਾ ਜਿਹਾ ਤੁਸੀਂ ਡਿਟੇਲ ਦੇ ਵਿੱਚ ਦੱਸੋਗੇ ਕਿ ਉਹਨਾਂ ਨੇ ਕੀ ਦੱਸਿਆ ਸੀ ਕਿ ਕਿਵੇਂ ਕਿਵੇਂ ਫੌਜ ਉੱਥੋਂ ਲੈ ਕੇ ਗਈ ਹੈ, ਇਹ ਸਾਰਾ ਖਜ਼ਾਨਾ ਕਿਵੇਂ ਉਹ ਸਾਰਾ ਵਾਪਰਿਆ ਸੀ? ਸਰਦਾਰ ਸ਼ਬਦਲ ਸਿੰਘ ਤੇ ਰਣਜੀਤ ਸਿੰਘ ਨੰਦਾ ਕਹਿੰਦੇ ਨੇ ਵੀ ਅਸੀਂ ਇੱਕ ਜਾਣਾ ਉਹਨਾਂ ਵਿੱਚੋਂ, ਮੈਨੂੰ ਹੁਣ ਪੂਰਾ ਸ਼ੋਰ ਨਹੀਂ ਆ ਵੀ ਕਿਹੜਾ DSP ਸੀ, ਇੱਕ DSP ਸੀ ਤੇ ਇੱਕ ਪੁਲਿਸ ਵਿੱਚ ਇੰਸਪੈਕਟਰ ਸੀ। CBI ਨੇ ਉਹਨਾਂ ਨੂੰ ਡੈਪੂਟੇਸ਼ਨ ਤੇ ਆਪਣੇ ਵਿੱਚ ਲਿਆ, ਉਦੋਂ ਬਾਅਦ ਉਹ CBI ਨਾਲ ਕੰਮ ਕਰਦੇ ਰਹੇ। ਉਹ ਕਹਿੰਦੇ ਨੇ ਵੀ 7 ਤਰੀਕ ਨੂੰ ਸਵੇਰੇ ਜਿਹੜੀ ਹੈਗੀ ਲਾਇਬ੍ਰੇਰੀ ਉਹ ਸਾਰੀ ਮੂਵ ਕੀਤੀ ਗਈ। ਮਿਸਿਸ ਦੁੱਗਲ ਨੇ ਵੀ ਇਹ ਗੱਲ ਕਹੀ ਸੀ ਪਹਿਲਾਂ ਵੀ ਜਦੋਂ ਅਸੀਂ 7 ਤਰੀਕ ਨੂੰ ਦੇਖਿਆ ਤੇ ਉਸ ਟਾਈਮ ਤੇ ਅੰਮ੍ਰਿਤ ਵੇਲੇ 4 ਵਜੇ ਦੇ ਕਰੀਬ ਹੀ 7 ਤਰੀਕ ਦੇ ਸਵੇਰੇ ਲਾਇਬ੍ਰੇਰੀ ਦੇ ਵਿੱਚ ਲਾਈਟਾਂ ਜਿਹੜੀਆਂ ਜਗ ਰਹੀਆਂ ਸਨ, ਜਦ ਕਿ ਦਰਬਾਰ ਸਾਹਿਬ ਕੀ ਅੰਮ੍ਰਿਤਸਰ ਸ਼ਹਿਰ ਸਾਰਾ ਜਿਹੜਾ ਉਹ ਹਨੇਰੇ ਵਿੱਚ ਡੁੱਬਿਆ ਸੀ। ਤੇ ਫਿਰ ਸਿਰਫ ਉਹ ਲਾਇਬ੍ਰੇਰੀ ਦੀਆਂ ਲਾਈਟਾਂ ਕਿਵੇਂ ਜਗਦੀਆਂ ਸਨ, ਉਹ ਆਰਮੀ ਨੇ ਆਪਣੇ ਟਰੱਕ ਖਿਲਾਰ ਕੇ ਬੈਟਰੀਆਂ ਦੇ ਨਾਲ ਉਹ ਲਾਈਟਾਂ ਜਗਾਈਆਂ। ਉਦੋਂ ਸਾਰੀ ਜਿਹੜੀ ਆ ਉਹ ਮੂਵ ਕੀਤੀ। ਜਿਹੜੇ ਹਰਦੀਪ ਸਿੰਘ ਉਹ ਕਹਿੰਦੇ ਵੀ 8 ਵਜੇ ਤੱਕ ਅਸੀਂ ਦੇਖਿਆ ਉੱਥੇ ਕੋਈ ਅੱਗ ਨਹੀਂ ਲੱਗੀ ਹੋਈ, ਕੁਝ ਵੀ ਨਹੀਂ ਹੋਇਆ। ਦੂਸਰੀ ਗੱਲ, ਜੇ ਅੱਗ ਲੱਗਣੀ ਹੁੰਦੀ ਤੇ ਫਿਰ ਉਹ 6 ਤਰੀਕ 6 ਵਜੇ ਤੋਂ ਪਹਿਲਾਂ ਲੱਗਣੀ ਚਾਹੀਦੀ ਸ਼ਾਮ ਦੀ ਨੂੰ, ਕਿਉਂਕਿ 6 ਤਰੀਕ ਨੂੰ ਸ਼ਾਮ 6 ਵਜੇ ਗੌਰਮੈਂਟ ਨੇ ਡਿਕਲੇਅਰ ਕਰਤਾ ਸੀ ਵੀ ਅਸੀਂ ਸਭ ਕੁਝ ਜਿਹੜਾ ਹੈ ਉਹ ਮਾਰ ਦਿੱਤੇ ਆ, ਸ਼ਹੀਦ ਕਰ ਦਿੱਤੇ ਆ, ਜੋ ਵੀ ਆਪਾਂ ਕਹਿੰਦੇ ਆ। ਤੇ ਇਸ ਕਰਕੇ 7 ਤਰੀਕ ਨੂੰ ਜਾਣ ਬੁੱਝ ਕੇ ਬਾਅਦ ਵਿੱਚ ਜਿਹੜੇ ਸੰਤ ਸਿਪਾਹੀ ਜਾਂ ਹੋਰ ਰਸਾਲੇ ਸਨ, ਜਾਂ ਜਿਹੜਾ ਉੱਥੇ ਹੋਰ ਅਖਬਾਰਾਂ ਸੀਗੀਆਂ, ਬੀਬੀ ਦੁੱਗਲ ਕਹਿੰਦੇ ਨੇ ਵੀ 100 ਸਾਲ ਪੁਰਾਣੀਆਂ ਅਖਬਾਰਾਂ ਉੱਥੇ ਪਈਆਂ ਸਨ, ਉਹਨਾਂ ਸਾਰੀਆਂ ਨੂੰ ਅੱਗ ਲਾ ਕੇ ਇੱਕ ਡਰਾਮਾ ਕੀਤਾ ਗਿਆ। ਸ਼ਬਦਲ ਸਿੰਘ ਤੇ ਰਣਜੀਤ ਸਿੰਘ ਨੰਦਾ ਨੇ ਇਹ ਗੱਲ ਪ੍ਰੈਸ ਕਾਨਫਰੰਸ ਵਿੱਚ ਡਿਕਲੇਅਰ ਕੀਤਾ ਸੀ ਕਿ ਲਾਇਬ੍ਰੇਰੀ ਸੜੀ ਨਹੀਂ, ਸਗੋਂ ਅਸੀਂ ਆਪਣੇ ਆਪ ਚੁੱਕ ਕੇ ਸਾਰੀ ਨੂੰ 190 ਬੋਰੀਆਂ ਜਿਹੜੀਆਂ ਸੀ ਟਰੱਕਾਂ ਵਿੱਚ ਲੱਦੀਆਂ, ਉਹਨਾਂ ਨੂੰ ਜਲੰਧਰ GT ਰੋਡ, ਜਲੰਧਰ ਜਿਹੜਾ ਆਪਣਾ ਅੰਮ੍ਰਿਤਸਰ ਦਾ ਜਿਹੜਾ GT ਰੋਡ ਆ ਜਿਹੜਾ ਜਲੰਧਰ ਨੂੰ ਜਾਂਦਾ, ਉੱਥੇ ਇੱਕ ਮਾਲ ਮੰਡੀ ਏਰੀਆ, ਮਾਲ ਮੰਡੀ ਦੇ ਵਿੱਚ ਯੂਥ ਹੋਸਟਲ ਸੀ, ਜਿੱਥੇ ਅੱਜ ਕੱਲ ਬੱਸ ਟਰਮੀਨਲ ਚੱਲ ਰਿਹਾ ਵਾ ਪਾਕਿਸਤਾਨ ਜਾਣ ਵਾਲੀ ਬੱਸ ਜਿਹੜੀ, ਉਸ ਜਗ੍ਹਾ ਦੇ ਉੱਤੇ ਯੂਥ ਹੋਸਟਲ ਦੇ ਵਿੱਚ ਕਹਿੰਦੇ ਅਸੀਂ ਸਾਰੀਆਂ 190 ਬੋਰੀਆਂ ਜਿਹੜੀਆਂ ਸੀ ਉੱਥੇ ਜਾ ਕੇ ਰੱਖੀਆਂ। ਜਦੋਂ ਉੱਥੇ ਅਸੀਂ ਫਿਰ ਕਹਿੰਦੇ ਦੇਖਿਆ ਵੀ ਆਰਮੀ ਵਾਲਿਆਂ ਨੇ ਉਹਨਾਂ ਨੂੰ ਪੈਰਾਂ ਵਿੱਚ ਸੁੱਟ ਦਿੱਤਾ ਇਸ ਤਰ੍ਹਾਂ, ਤੇ ਗੁਰੂ ਸਾਹਿਬ ਦੀ ਨਰਾਦਰੀ ਹੋਈ ਤਾਂ ਅਸੀਂ ਉੱਥੇ ਇਤਰਾਜ਼ ਕੀਤਾ। ਤੇ ਫਿਰ ਅਸੀਂ 18 ਜਿਹੜੇ ਟਰੰਕ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹਦੇ ਵਿੱਚ ਸ਼ਰੋਭਿਤ ਕੀਤੇ, ਔਰ ਬਾਕੀ ਜਿਹੜਾ ਸਮਾਨ ਸੀ ਉਹ ਅਸੀਂ ਕਹਿੰਦੇ ਵੀ 100 ਤੇ 65-60 ਦੇ ਕਰੀਬ ਜਿਹੜੀ ਨੰਬਰਿੰਗ ਲਾ ਦਿੱਤੀ ਵੱਡੇ ਬੋਰਿਆਂ ਵਿੱਚ ਭਰ ਕੇ। ਕੁਝ ਰਹਿੰਦੇ ਸੀ ਇੱਥੇ ਕਹਿੰਦੇ ਉਸ ਵੇਲੇ ਫਿਰ ਇਹ ਨੰਦਾ ਜੀ ਤੇ ਸ਼ਬਦਲ ਸਿੰਘ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਨੇ ਵੱਡਾ ਇਕੱਠ ਸੱਦ ਲਿਆ ਸੀ ਚਾਟੀਵਿੰਡ ਸ਼ਹੀਦਾਂ ਵਾਲੇ ਸਥਾਨ ਤੇ,
ਔਰ ਉਸ ਟਾਈਮ ਤੇ ਕਹਿੰਦੇ ਫਿਰ ਉੱਤੋਂ ਸਾਨੂੰ ਹੁਕਮ ਆਇਆ ਸੈਂਟਰ ਗਵਰਨਮੈਂਟ ਵੱਲੋਂ ਵੀ ਹੁਣ ਇਹਨਾਂ ਸਾਰਿਆਂ ਨੂੰ ਲੱਦ ਕੇ ਤੇ 에ਅਰਪੋਰਟ ਪਹੁੰਚਾ ਦਿਓ। ਤਾਂ ਅਸੀਂ ਉਹ ਸਾਰਾ ਕੁਝ ਟਰੱਕ ਭਰ ਕੇ ਕਹਿੰਦੇ ਸਾਰਾ ਕੁਝ ਜਿਹੜਾ 에ਅਰਪੋਰਟ ਲੈ ਗਏ। 에ਅਰਪੋਰਟ ਤੇ ਆਰਮੀ ਜਹਾਜ਼ ਵੇ ਸਾਰਾ ਕੁਝ ਜਿਹੜਾ ਉਹ ਸੁਸ਼ੋਭਿਤ ਕੀਤਾ ਤੇ ਉਹ ਮੁੜ ਕੇ ਉਸ ਤੋਂ ਬਾਅਦ ਦਿੱਲੀ ਨੂੰ ਲੈ ਗਏ। ਉਦੋਂ ਬਾਅਦ ਉਹ ਕਹਿੰਦੇ ਸਾਨੂੰ ਪਤਾ ਨਹੀਂ ਉਹਦੇ ਵਿੱਚ ਜੀ ਕੀ। ਉਹ ਕਹਿੰਦੇ ਸੀ ਵੀ ਸੈਂਕੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਨ ਤੇ ਬਾਕੀ ਜਿਹੜੀ ਲਿਸਟ ਮੈਨੂੰ ਮਨਜੀਤ ਸਿੰਘ ਕਲਕੱਤਾ ਜੀ ਨੇ ਦਿੱਤੀ ਸੀ ਤੇ ਜਿਹੜੇ ਰਜਿਸਟਰ ਦੇ ਵਿੱਚ ਐਡ ਹੋ ਜਾਂਦਾ ਵੀ ਇਹ ਜਿਹੜੀ ਇਹਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਆਹ ਚੀਜ਼ ਹੈ, ਉਹ ਜਿਹੜੇ 3 ਜੀ ਰਜਿਸਟਰ ਸੀ ਜਿਨ੍ਹਾਂ ਉੱਤੇ ਆਰਮੀ ਨੇ ਜਿਸ ਤਰ੍ਹਾਂ ਕਿਸੇ ਚੀਜ਼ ਦੀ ਛਾਣਬੀਣ ਕਰਦਿਆਂ ਟਿਕ ਮਾਰਕਾਂ ਵੀ ਕੀਤੀਆਂ ਸਨ, ਉਹ ਜਿਹੜੇ 3 ਰਜਿਸਟਰ ਵਾਪਸ ਦਿੱਤੇ ਸੀ ਉਹਨਾਂ ਦੇ ਮੁਤਾਬਕ 16,000 ਪਲੱਸ ਗੁਰਮਤਿ ਸਾਹਿਤ ਸੀ ਜਾਂ ਹੋਰ ਧਰਮਾਂ ਦਾ ਸਾਹਿਤ ਸੀ। ਇਹ ਸਾਰਾ ਕੁਝ ਜਿਹੜਾ ਵਾ ਉਸ ਟਾਈਮ ਤੇ ਉਹ ਆਰਮੀ ਜਿਹੜੀ ਲੈ ਕੇ ਗਈ ਸੀ। ਸ਼ਬਦਲ ਸਿੰਘ ਅੱਗੇ ਮੈਂ ਤੁਹਾਨੂੰ ਕਿਹਾ ਵੀ ਕਈ ਵਾਰ ਉਹ ਆਣ ਕੇ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਰਹੇ ਵੀ ਲਾਇਬ੍ਰੇਰੀ ਸੜੀ ਨਹੀਂ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚਿੱਠੀ ਸਾਲ ਬਾਅਦ ਕੱਢ ਦਿੰਦੀ ਸੀ ਭਾਰਤ ਸਰਕਾਰ ਨੂੰ ਕਿ ਸਾਨੂੰ ਸਾਡੀ ਲਾਇਬ੍ਰੇਰੀ ਵਾਪਸ ਕੀਤੀ ਜਾਵੇ, ਜਦ ਕਿ ਨਾ ਜੀ ਕੋਈ ਚਿੱਠੀਆਂ ਉਹਨਾਂ ਦਾ ਕੋਈ ਅਮਲ ਹੋਇਆ ਨਾ ਕੋਈ ਗੱਲ ਹੋਈ। ਸੰਨ 2000 ਦੇ ਵਿੱਚ ਜਾਰਜ ਫਰਨਾਂਡez ਅੰਮ੍ਰਿਤਸਰ ਆਉਂਦੇ ਆ ਤੇ ਉੱਥੇ ਕਹਿ ਕੇ ਜਾਂਦੇ ਆ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਅਸੀਂ ਵਾਪਸ ਕਰਾਂ, ਕਿਉਂਕਿ ਉਦੋਂ ਨੰਦਾ ਜੀ ਤੇ ਸ਼ਬਦਲ ਸਿੰਘ ਹੋਣਾ ਨੇ ਪ੍ਰੈਸ ਕਾਨਫਰੰਸ ਸਭ ਕੁਝ ਦੱਸ ਦਿੱਤਾ ਸੀ। ਉਸ ਤੋਂ ਬਾਅਦ 10-15 ਦਿਨਾਂ ਬਾਅਦ ਯਾਨੀ ਮੈਨੂੰ ਕਿ ਯਾਦ ਹੈ ਕਿ ਭਾਰਤ ਸਰਕਾਰ ਕੇ ਲਾਇਬ੍ਰੇਰੀ ਜਿਹੜੀ ਹੈਗੀ ਹੈ ਜਾਰਜ ਫਰਨਾਂਡez ਦੇ ਬਿਆਨ ਤੋਂ ਹੀ ਸਾਬਿਤ ਹੋਇਆ। ਉਹ ਸਾਬਤ ਹੋਇਆ ਵੀ ਲਾਇਬ੍ਰੇਰੀ ਹੈਗੀ ਆ, ਪਰ 10 ਦਿਨ ਬਾਅਦ ਜਾਰਜ ਫਰਨਾਂਡez ਨੇ ਬਿਆਨ ਦਿੱਤਾ ਸੀ ਦਿੱਲੀ ਤੋਂ ਵੀ ਉਹ 117 ਆਈਟਮਾਂ ਅਸੀਂ ਇੱਕ ਅਦਾਲਤ ਦੇ ਕਹਿ ਦੇ ਉੱਤੇ ਉਹਨਾਂ ਨੂੰ ਖਤਮ ਕਰ ਦਿੱਤਾ, ਸਾੜ ਦਿੱਤਾ ਸੀ, ਕਿਉਂਕਿ ਉਹ ਭਾਰਤ ਦੇ ਐਂਟੀ ਲਿਟਰੇਚਰ ਸੀਗਾ। ਤੇ ਇਸ ਗੱਲ ਨੂੰ ਮੁੱਖ ਰੱਖ ਕੇ ਵੀ ਅਸੀਂ ਉੱਥੇ ਆਬਜੈਕਸ਼ਨ ਕੀਤਾ ਵੀ ਇਹ ਉਹ ਕਿਹੜੀ ਅਦਾਲਤ ਸੀ ਜਿੱਥੇ ਮਤਲਬ ਅਦਾਲਤ ਵਿੱਚ ਜਾ ਕੇ ਉਹ ਕੇਸ ਜਿਹੜਾ ਲੱਗਾ ਤੇ ਜਾਂ ਕਿਸੇ ਸਿੱਖ ਨੂੰ ਨਹੀਂ ਇਨਵੋਲਵ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਕਾਲ ਕੀਤੀ ਗਈ? ਭਾਵ ਉਹ ਕਿਹੜੇ ਆਪਣੇ ਹਾਲਾਤਾਂ ਵਿੱਚ ਉਹਨਾਂ ਨੇ ਬਿਆਨ ਦਿੱਤਾ ਸੀ। ਪਰ ਉਦੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇੱਕ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਵੀ ਇਹ ਮੁੱਦਾ ਜਿਹੜਾ ਵੱਡੇ ਪੱਧਰ ਤੇ ਉਠਾਇਆ, ਮਜਬੂਰੀ ਵਸ ਬਾਦਲ ਹੋਣਾ ਨੇ ਵੀ ਉਠਾਇਆ ਤੇ ਹੋਰ ਜਿਹੜੀਆਂ ਪਾਰਟੀਆਂ ਸਨ ਕਾਂਗਰਸ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਰੌਲਾ ਪਾਇਆ ਵੀ ਸਾਡਾ ਸਾਹਿਤ ਜਿਹੜਾ ਵਾਪਸ ਹੋਣਾ ਚਾਹੀਦਾ। ਉਦੋਂ ਬਾਅਦ 2002 ਵਿੱਚ ਆਪਾਂ ਜਿਹੜਾ ਕੇਸ ਪਾ ਦਿੱਤਾ ਸੀ, ਕਿਉਂਕਿ ਇਹ ਜਿਹੜੇ ਖਾਸ ਕਰਕੇ ਅਕਾਲੀ ਦਲ ਜਿਹੜਾ ਵਾ ਮੈਨੂੰ ਲੱਗਦਾ ਹੈ, ਵੈਸੇ ਤਾਂ ਅਕਾਲੀ ਦਲ ਹੀ ਇਹ ਗੱਲ ਨੂੰ ਡਿਕਲੇਅਰ ਕਰਦਾ, ਪਰ ਮੈਨੂੰ ਲੱਗਦਾ ਹੈ ਜਿਹੜੀ ਤਿਰਛੀ ਅੱਖ ਦੇ ਨਾਲ ਵੀ ਅਕਾਲੀ ਦਲ ਜਿਹੜਾ ਵਾ ਇਹ ਮੁੱਦੇ ਨੂੰ ਖਤਮ ਨਹੀਂ ਹੋਣਾ ਦੇਣਾ ਚਾਹੁੰਦਾ 1984 ਵਾਲੇ ਮੁੱਦੇ ਨੂੰ। ਵੀ ਹੋਰ ਨਹੀਂ 5 ਸਾਲ ਬਾਅਦ 2.5 ਸਾਲ ਬਾਅਦ ਵੋਟਾਂ ਆ ਜਾਂਦੀਆਂ, ਉਦੋਂ ਇਹਨਾਂ ਨੇ ਫੇਰ ਉਹਦਾ ਲਾਹਾ ਲੈਣ ਵਾਸਤੇ ਉਦੋਂ ਪ੍ਰਚਾਰ ਕਰ, ਉਦੋਂ ਬਾਅਦ ਫਿਰ 2 ਸਾਲ 5 ਸਾਲ ਜਿਹੜਾ ਸਾਇਲੈਂਟ ਹੋ ਜਾਂਦੇ ਆ। ਜਦੋਂ ਫੇਰ ਇਲੈਕਸ਼ਨ ਆਉਂਦੀ ਫੇਰ ਇਹ ਜਿਹੜਾ ਵਾ ਕੁਝ ਨਾ ਕੁਝ ਕਰਦੇ ਆ ਵੀ ਸਾਡੀ ਲਾਇਬ੍ਰੇਰੀ ਵਾਪਸ ਕਰੋ। ਜੀ 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 ਭੈਣ ਜੀ ਮਨਜਿੰਦਰਪਾਲ ਕੌਰ ਜੀ, ਤੁਸੀਂ ਇੱਕ ਲਾਇਰ ਹੈਗੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ, ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਐਸਜੀਪੀਸੀ ਹਰ ਸਾਲ ਚਿੱਠੀਆਂ ਜ਼ਰੂਰ ਕੱਢਦੀ ਸੀ, ਚਿੱਠੀਆਂ ਕਿਸੇ ਸਰਕਾਰ ਨੂੰ ਕਿਸੇ ਮੁੱਦੇ ਨੂੰ ਲੈ ਕੇ ਚਿੱਠੀ ਲਿਖਣੀ ਉਹਦੇ ਕੀ ਮਾਇਨੇ ਹੁੰਦੇ ਨੇ, ਕਿੰਨਾ ਕੁ ਫਾਇਦਾ ਹੋ ਸਕਦਾ ਹੈ, ਤੁਸੀਂ ਕੀ ਸਮਝਦੇ ਹੋ ਕਾਨੂੰਨੀ ਪੱਖ ਤੋਂ? ਹਰਸ਼ਰਨ ਕੌਰ ਜੀ, ਚਿੱਠੀਆਂ ਲਿਖਣੀਆਂ ਤਾਂ ਜ਼ਰੂਰੀ ਹੁੰਦੀਆਂ ਆ ਕਿਉਂਕਿ ਤੁਸੀਂ ਵਿਖਾਉਣਾ ਤੁਸੀਂ ਚਿੱਠੀਆਂ ਲਿਖੀਆਂ ਨੇ, ਪਰ ਚਿੱਠੀਆਂ ਲਿਖਣ ਨਾਲ ਜੇ ਹੱਲ ਨਹੀਂ ਮਿਲ ਰਿਹਾ ਫਿਰ ਤੁਸੀਂ ਅਗਲਾ ਕਦਮ ਚੁੱਕਦੇ ਹੋ। ਹੁਣ ਕਦਮ ਕੀ ਹੈ? ਐਸਜੀਪੀਸੀ ਇੱਕ ਸਟੈਟੂਟਰੀ ਬੋਡੀ ਹੈ, ਇੱਕ ਗਵਰਨਮੈਂਟੀ ਇੰਸਟੀਟਿਊਸ਼ਨ ਹੈ। ਐਸਜੀਪੀਸੀ ਐਕਟ ਇੱਕ ਦੇਸ਼ ਦਾ ਇੱਕ ਲਾਅ ਹੈ। ਸੋ ਇਹ ਜਿਹੜੀ ਐਸਜੀਪੀਸੀ ਹੈ ਇਹਨਾਂ ਦੀ ਕੀ ਜ਼ਿੰਮੇਵਾਰੀ ਸੀ? ਗਵਰਨਮੈਂਟ ਤੋਂ ਕੀ ਆਂਸਰਸ ਲੈਣੇ? ਕਿ ਚਿੱਠੀ ਪੱਤਰ ਨਾਲ ਕਦੀ ਕਿਸੇ ਗਵਰਨਮੈਂਟ ਤੋਂ ਆਂਸਰ ਮਿਲੇ ਨੇ? ਜੇ ਨਹੀਂ ਮਿਲੇ ਉਸ ਤੋਂ ਬਾਅਦ ਤੁਸੀਂ ਐਸਕੇਲੇਟ ਕਰਦੇ ਹੋ, ਤੁਸੀਂ ਆਪਣਾ ਮੁੱਦਾ ਖੜਾ ਕਰਦੇ ਹੋ ਕਾਨੂੰਨੀ ਤੌਰ ਤੇ। ਐਸਜੀਪੀਸੀ ਨੇ ਅੱਜ ਦੇ ਦਿਨ ਤੱਕ ਇਸ ਜੋ ਆਰਡਰ ਕੋਰਟ ਤੋਂ ਮਿਲਿਆ ਸੀ, ਹਾਈ ਕੋਰਟ ਤੋਂ, ਜੋ ਸਤਨਾਮ ਸਿੰਘ ਹੁਣਾਂ ਦੀ ਕੇਸ ਹੈ, ਉਹਨਾਂ ਦੀ ਐਕਸੀਕਿਊਸ਼ਨ ਲਈ ਕੋਈ ਮੁੱਦਾ ਨਹੀਂ ਖੜਾ ਕੀਤਾ। ਚਿੱਠੀਆਂ ਲਿਖਣ ਨਾਲ ਕੁਝ ਨਹੀਂ ਹੁੰਦਾ। ਹਰਸ਼ਰਨ ਕੌਰ ਜੀ, ਤੁਹਾਡੇ ਜਿਹੜੇ ਦਰਸ਼ਕ ਨੇ, ਪੂਰਾ ਕ੍ਰਾਸ ਸੈਕਸ਼ਨ ਪੰਜਾਬ ਦਾ ਤੁਹਾਡੇ ਦਰਸ਼ਕ ਨੇ, ਉਹਨਾਂ ਦੇ ਪਰਿਵਾਰਾਂ ਵਿੱਚੋਂ ਜੋ ਵੋਟ ਪਾਉਂਦੇ ਨਾ ਐਸਜੀਪੀਸੀ ਦੇ, ਉਹ ਆਪਣੇ ਆਪ ਆਪਣੇ ਅੰਦਰ ਝਾਤੀ ਮਾਰ ਕੇ ਪੁੱਛਣ ਕਿ ਅਸੀਂ ਕਿਹਨਾਂ ਨੂੰ ਵੋਟ ਪਾਉਂਦੇ ਹਾਂ। ਉਹਨਾਂ ਨੂੰ ਵੋਟ ਪਾਉਂਦੇ ਜਿਹੜੇ ਚਿੱਠੀਆਂ ਲਿਖਣ ਵਾਸਤੇ ਰੱਖੇ ਸਨ। ਜਿੰਨੇ ਐਸਜੀਪੀਸੀ ਜਦੋਂ ਬਣੀ ਸੀ, ਜਾਨਾਂ ਦੇ ਕੇ ਬਣੀ ਸੀ, ਜਾਨਾਂ ਲਈ ਬਣੀ ਸੀ, ਅੱਜ ਚਿੱਠੀਆਂ ਲਿਖਣ ਜੋਗੇ ਰਹਿ ਗਏ ਹਾਂ। ਤੂੰ ਮਾਫ ਕਰਦਾ,
ਜੇ ਅੱਜ ਤੱਕ ਵੀ ਅਸੀਂ ਗੱਲ ਕਰੀ ਜਾਂਦੇ ਆ ਵੀ ਜ਼ਿੰਮੇਵਾਰੀ ਐਸਜੀਪੀਸੀ ਦੀ ਹੈ, ਇਸ ਕਰਕੇ ਕਰੀ ਜਾ ਰਹੇ ਹਾਂ ਕਿਉਂਕਿ ਅਸੀਂ ਅਦਾਲਤ ਵਿੱਚ ਜਾ ਕੇ ਉਸ ਦੀ ਜ਼ਿੰਮੇਵਾਰੀ ਲੈ ਨਹੀਂ ਸਕਦੇ। ਅਸੀਂ ਅਦਾਲਤ ਨੂੰ ਕਹਿ ਨਹੀਂ ਸਕਦੇ ਕਿ ਸਾਨੂੰ ਉਹ ਸਮਾਨ ਦਿਓ, ਕਿਉਂਕਿ ਜ਼ਿੰਮੇਵਾਰ ਐਸਜੀਪੀਸੀ ਹੈ। ਹੁਣ ਤੁਸੀਂ ਆਪ ਦੱਸੋ ਯਾਨੀ ਕਿ ਵੀ ਜੇ ਕੋਈ ਇੰਡੀਵਿਜੂਅਲ ਜਿਹੜਾ ਉਹ ਨਹੀਂ ਕੋਈ ਇਹਦੇ ਵਿੱਚ ਇੰਟਰਵੀਨ ਕਰਕੇ ਉਹ ਨਹੀਂ ਕੇਸ ਕਰ ਸਕਦਾ, ਇਹ ਸਿਰਫ ਇੱਕ ਜ਼ਿੰਮੇਵਾਰ ਸੰਸਥਾ ਹੀ ਕਰ ਸਕਦੀ ਹੈ। ਨਹੀਂ, ਸਤਨਾਮ ਸਿੰਘ ਜੀ ਹੁਣਾਂ ਨੇ ਕੀਤਾ ਸੀ ਤੇ ਖੁਦ ਤੁਹਾਨੂੰ ਦੱਸਣਗੇ ਕਿ ਹਾਈ ਕੋਰਟ ਦੇ ਜੱਜ ਨੇ ਕਿਹਾ ਸੀ ਐਸਜੀਪੀਸੀ ਕਿੱਥੇ ਹੈ। ਮਾਫ ਕਰਨਾ, ਅੱਜ ਦੇ ਦਿਨ ਗੁੱਸਾ ਆ ਰਿਹਾ ਹੈ, ਕਰੋਨਾ ਦੇ ਪਿੱਛੇ ਇਹ ਐਸਜੀਪੀਸੀ ਕੰਮ ਨਹੀਂ ਕਰ ਰਹੀ। ਕਰੋਨਾ ਉਹਨਾਂ ਨੂੰ ਹੋਵੇ ਜਿਨ੍ਹਾਂ ਨੂੰ ਪਤਾ ਹੈ ਕਿ ਸਾਨੂੰ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਨਹੀਂ ਨਿਭਾਈ। ਵਾਹਿਗੁਰੂ। ਜੀ ਕਿਉਂਕਿ ਜੀ ਜਦੋਂ ਸਤਨਾਮ ਸਿੰਘ ਹੁਣਾਂ ਨੇ ਕੇਸ ਹਾਈ ਕੋਰਟ ਹਰਿਆਣਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਾਈ ਸੀ, ਇਹਨਾਂ ਨੂੰ ਪੁੱਛੋ, ਕੋਰਟ ਨੇ ਇਹਨਾਂ ਨੂੰ ਕਿਹਾ ਸੀ ਐਸਜੀਪੀਸੀ ਕਿੱਥੇ ਹੈ, ਵਾਈ ਇਜ਼ ਐਨ ਐਸਜੀਪੀਸੀ ਅ ਪਾਰਟੀ ਟੂ ਦਿਸ ਲਿਟੀਗੇਸ਼ਨ। ਫਿਰ ਉਹਨਾਂ ਨੇ ਐਸਜੀਪੀਸੀ ਨੂੰ ਬਣਵਾਇਆ ਸੀ ਪਾਰਟੀ। ਜੀ ਜੀ ਭਾਈ ਸਿੰਘ ਸਾਹਿਬ ਦੱਸੋ ਅਦਾਲਤ ਦੇ ਵਿੱਚ ਕੀ ਹੋਇਆ ਸੀ, ਉਹ ਪ੍ਰੋਸੀਡਿੰਗ ਦਾ ਸਾਨੂੰ ਦੱਸੋ ਥੋੜਾ 2 ਮਿੰਟ ਦੇ ਵਿੱਚ। ਹਾਂਜੀ, ਅਦਾਲਤ ਵਿੱਚ ਕੇਸ ਤਾਂ ਅਸੀਂ ਪਾਇਆ ਸੀ ਸਤਨਾਮ ਸਿੰਘ ਵਰਸਸ ਯੂਨੀਅਨ ਆਫ ਇੰਡੀਆ, ਪਰ ਉਹਦੇ ਵਿੱਚ ਅਸੀਂ ਇੰਡੀਅਨ ਆਰਮੀ, ਸੀਬੀਆਈ, ਗ੍ਰਹਿ ਵਿਭਾਗ ਔਰ ਡਿਫੈਂਸ ਮਿਨਿਸਟਰ ਵਗੈਰਾ ਸਾਰੇ, ਗ੍ਰਹਿ ਮੰਤਰੀ, ਔਰ ਨਾਲ ਚੌਥਾ 5ਵਾਂ ਨੰਬਰ ਸੀ ਪੰਜਾਬ ਪੁਲਿਸ ਤੇ 6ਵਾਂ ਨੰਬਰ ਸੀਗਾ ਪੰਜਾਬ ਸਰਕਾਰ ਤੇ 6ਵਾਂ ਨੰਬਰ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਦੋਸ਼ੀਆਂ ਦੀ ਲਾਈਨ ਵਿੱਚ ਖੜਾ ਕੀਤਾ ਸੀ, ਪਰ ਜਿਹੜਾ ਇਹਨਾਂ ਦਾ ਵਕੀਲ ਸੀਗਾ HS ਮੱਤੇਵਾਲ, ਉਹਨੇ ਜਾ ਕੇ ਇਹ ਦਾਅਵਾ ਕੀਤਾ ਕਿ ਤੇ ਨਹੀਂ ਜੀ ਇਹ ਕੇਸ ਜਿਹੜਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਸਸ ਯੂਨੀਅਨ ਆਫ ਇੰਡੀਆ ਚੱਲਣਾ ਚਾਹੀਦਾ ਹੈ। ਉਸ ਵੇਲੇ ਡਾਕਟਰ BK ਰਾਏ ਜਿਹੜੇ ਮੁੱਖ ਜੱਜ ਸਨ ਪੰਜਾਬ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੇ ਇਹ ਭੈਣ ਜੀ ਮਨਜਿੰਦਰਪਾਲ ਕੌਰ ਜੀ, ਮੈਂ ਨਹੀਂ, ਉਹਨਾਂ ਨੇ ਕੁਐਸਚਨ ਕੀਤਾ ਸੀ ਸ਼੍ਰੋਮਣੀ ਕਮੇਟੀ ਦੇ ਵਕੀਲ ਨੂੰ HS ਮੱਤੇਵਾਲ ਨੂੰ ਵੀ ਤੁਸੀਂ 19 ਸਾਲ ਕਿੱਥੇ ਰਹੇ ਹੋ। ਹੁਣ ਤੁਸੀਂ ਕਹਿੰਦੇ ਹੋ ਵੀ ਸਾਨੂੰ ਇਹਦੇ ਵਿੱਚ ਮੇਨ ਪਟੀਸ਼ਨ ਮੰਨ ਲਓ, ਤੁਹਾਨੂੰ ਕਿਵੇਂ ਮੰਨ ਲਈਏ, ਤੁਸੀਂ 19 ਸਾਲ ਕੀ ਕੀਤਾ। ਔਰ ਜੱਜ ਨੂੰ ਸਾਹਮਣੇ ਜਿਹੜਾ HS ਮੱਤੇਵਾਲ ਕਹਿੰਦਾ ਜੀ ਅਸੀਂ ਪੋਲੀਟੀਕਲ ਬੇਸ ਦੇ ਉੱਤੇ ਕੰਮ ਕਰਦੇ ਰਹੇ ਹਾਂ। ਉਹ ਕਹਿੰਦੀ ਕਿਹੜਾ ਪੋਲੀਟੀਕਲ ਬੇਸ ਤੁਹਾਡਾ? ਵੀ ਤੁਹਾਡੇ 2 ਬੰਦੇ ਸੁਖਬੀਰ ਸਿੰਘ ਬਾਦਲ ਤੇ ਆਪਣਾ ਜਿਹੜਾ ਸੁਖਦੇਵ ਸਿੰਘ ਢੀਂਡਸਾ, ਜਿਹੜਾ 2 ਮੰਤਰੀ ਨੇ ਭਾਰਤ ਸਰਕਾਰ ਦੇ ਵਿੱਚ, ਕਾਹਦਾ ਤੁਸੀਂ ਪੋਲੀਟੀਕਲ ਬੇਸ ਤੇ ਰੱਖਿਆ? ਉਦੋਂ ਬਾਅਦ HS ਮੱਤੇਵਾਲ ਤੇ ਅਪੀਅਰ ਹੀ ਨਹੀਂ ਹੋਇਆ। ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਵਕੀਲ, ਇੱਕ ਅਸਿਸਟੈਂਟ ਜਿਹੜਾ ਸੀ ਉਹਦਾ ਮੱਤੇਵਾਲ ਦਾ, ਉਹ ਜਾ ਕੇ ਉਹ ਰਿਕਾਰਡ ਆ, ਉਹ ਹਾਈ ਕੋਰਟ ਜਾ ਕੇ ਕਹਿ ਰਿਹਾ ਵੀ ਸਾਡਾ ਉੱਥੇ ਜਿਹੜੀਆਂ ਕਿਤਾਬਾਂ ਸੀ ਉਹ ਇੰਨੇ ਲੱਖ ਦੀਆਂ ਸੀ, ਟੇਬਲ ਸਾਡੇ ਇੰਨੇ ਲੱਖ ਦੇ ਸੀ, ਤੇ ਗੁਰੂ ਗ੍ਰੰਥ ਸਾਹਿਬ ਬਾਰੇ ਉਹਨਾਂ ਕਹਿਤਾ ਜੀ ਉਹਦੀ ਅਸੀਂ ਕੀਮਤ ਨਹੀਂ ਪਾ ਸਕਦੇ, ਉਹ ਬੇਸ਼ਕੀਮਤੀ ਹੈ। ਤੇ ਉਹ ਜਿਹੜਾ ਇਹਨਾਂ ਨੇ ਉਹ ਜਿਹੜਾ ਜਵਾਬ ਨਾ ਦਿੱਤਾ, ਉਹ 'ਚ ਇਹਨਾਂ ਨੇ 23 ਲੱਖ ਰੁਪਈਏ ਦਾ ਕਿਹਾ ਵੀ 23 ਲੱਖ ਰੁਪਈਏ ਦਾ ਸਾਡਾ ਨੁਕਸਾਨ ਹੋ ਗਿਆ ਵਾ ਅੱਗ ਲੱਗਣ ਨਾਲ। ਅਸੀਂ ਤਾਂ ਉੱਥੇ ਸਾਬਤ ਕਰਨ ਡਏ ਵੀ ਲਾਇਬ੍ਰੇਰੀ ਸੜੀ ਨਹੀਂ ਹੈ, ਲਾਇਬ੍ਰੇਰੀ ਚੁੱਕੀ ਗਈ ਆ। ਉਹਨਾਂ ਦਾ ਵਕੀਲ ਕਹਿ ਰਿਹਾ ਵੀ ਸਾਡਾ 22 ਲੱਖ ਦੀਆਂ ਕਿਤਾਬਾਂ ਸੜ ਗਈਆਂ ਇੱਥੇ। ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਉੱਥੇ, ਹਾਂਜੀ, ਕੇਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਯਾਨੀ ਕਿ ਬਿਲਕੁਲ ਬਿਲਕੁਲ, ਹਾਂਜੀ ਹਾਂ। ਉਦੋਂ ਬਾਅਦ ਜਿੱਦਣ ਇਹ ਕੇਸ ਦਾ ਫੈਸਲਾ ਹੋਣਾ ਸੀ ਉਦੋਂ ਦੀ ਸੁਣ ਲਓ, ਭਾਵੇਂ ਤਰੀਕਾਂ ਕਢਾ ਕੇ ਵੇਖ ਲਓ। HS ਮੱਤੇਵਾਲ ਪ੍ਰਕਾਸ਼ ਸਿੰਘ ਬਾਦਲ ਨੂੰ ਧੋਖਾਧੜੀ ਦੇ ਕੇਸ ਵਿੱਚੋਂ ਬਚਾਉਣ ਲਈ ਰੋਪੜ ਪੀਅਰ ਹੋਇਆ, ਪਰ ਹਾਈ ਕੋਰਟ ਦੇ ਵਿੱਚ ਇਹਦਾ ਕੋਈ ਵਕੀਲ ਹੀ ਨਹੀਂ ਗਿਆ ਜਿੱਦਣ ਫੈਸਲਾ ਹੋਣਾ ਸੀ। ਠੀਕ ਹੈ ਜੀ, SGPC ਦਾ ਵਕੀਲ ਬਾਦਲ ਦੀ ਖਾਤਰ ਜਿਹੜਾ ਅਪੀਅਰ ਹੋਇਆ ਹੈ। ਸੋ ਬਿਲਕੁਲ। ਸੋ ਭਾਈ ਸਾਹਿਬ, ਜਿਸ ਤਰ੍ਹਾਂ ਦੱਸਿਆ ਕਿ ਅਦਾਲਤ ਨੇ ਕਿਹਾ ਕਿ 19 ਸਾਲ ਬਾਅਦ, ਤੁਹਾਨੂੰ ਯਾਦ ਆਈ ਹੈ ਜਿਹੜਾ ਤੁਸੀਂ ਵੀ 2002 ਦੇ ਵਿੱਚ ਗਏ ਸੀਗੇ ਅਦਾਲਤ ਦੇ ਵਿੱਚ, 17 ਸਾਲ ਬਾਅਦ ਤੁਸੀਂ ਇਸ ਮਸਲੇ ਦੇ ਵਿੱਚ, ਉਹ ਵਾਪਰਨ ਤੋਂ ਬਾਅਦ, ਇਹ ਘਟਨਾ ਵਾਪਰਨ ਤੋਂ ਬਾਅਦ 17 ਸਾਲ ਬਾਅਦ ਅਦਾਲਤ ਦੇ ਵਿੱਚ ਪਹੁੰਚਦੇ ਹੋ। ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਇਹ, ਜਾਂ ਫਿਰ ਆਪਾਂ ਕਹਿ ਲਈਏ ਕਿ ਪਹਿਲਾਂ ਕਿਉਂ ਨਹੀਂ ਕਦੇ ਮਨ ਚ ਆਇਆ? ਕਿਵੇਂ ਤੁਸੀਂ ਇਸ ਕੇਸ ਨੂੰ ਜਿਹੜਾ ਲੈ ਕੇ ਗਏ? ਜਦੋਂ ਸਰਦਾਰ ਰਣਜੀਤ ਸਿੰਘ ਨੰਦਾ ਤੇ ਸ਼ਬਦਲ ਸਿੰਘ ਨੇ ਸ਼ਰੇਆਮ ਆਣ ਕੇ ਪ੍ਰੈਸ ਕਾਨਫਰੰਸ ਕੀਤੀ ਵੀ ਸਾਰਾ ਕੁਝ ਲੁੱਟ ਕੇ ਲੈ ਗਈ ਆ ਗੌਰਮੈਂਟ, ਔਰ ਉਹਨਾਂ ਨੇ ਕਿਹਾ ਸੀਗਾ ਵੀ ਸਾਡੇ ਮੋਢਿਆਂ ਦੇ ਉੱਤੇ ਸਾਰਾ ਕੁਝ ਜਿਹੜਾ ਸਮਾਨ ਸੀ ਲਾਇਬ੍ਰੇਰੀ ਦਾ, ਉਹ ਅਸੀਂ ਚੁੱਕ ਕੇ ਗੱਡੀਆਂ 'ਚ ਰੱਖਿਆ। ਉਦੋਂ ਬਾਅਦ ਜਾਰਜ ਫਰਨਾਂਡਸ ਨੇ ਜਿਹੜਾ ਬਿਆਨ ਦਿੱਤਾ ਵੀ ਇਹ ਅਦਾਲਤ ਦੇ ਹੁਕਮਾਂ ਨਾਲ ਅਸੀਂ ਉਹਨੂੰ ਖਤਮ ਕਰ ਦਿੱਤਾ ਸੀ। ਇਸ ਆਈਡੀਏ ਤੋਂ ਮੇਰੇ ਦਿਮਾਗ ਦੇ ਵਿੱਚ ਆਈ ਗੱਲ ਵੀ ਇਹ
ਉਹ ਕਿਹੜੀ ਅਦਾਲਤ ਸੀ ਜਿਹਨੇ ਕਿ ਸਿੱਖਾਂ ਦਾ ਪੱਖ ਸੁਣੇ ਤੋਂ ਬਗੈਰ ਹੀ ਤੇ ਜੱਜ ਨੇ ਹੁਕਮ ਕਰ ਦਿੱਤਾ ਵੀ ਇਹ ਇੰਡੀਆ ਦੇ ਵਿਰੋਧੀ ਸਾਹਿਤ ਹੈ ਤੇ ਇਹਨੂੰ ਖਤਮ ਕਰ ਦਿਓ। ਸਾਡਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਸਰੂਪ, ਉਹਦੇ ਵਿੱਚ ਸਿੱਖ ਇਤਿਹਾਸ ਹੈ, ਉਹਦੇ ਵਿੱਚ ਹਿੰਦੂ ਇਤਿਹਾਸ ਵੀ ਹੈਗਾ, ਮੁਸਲਮਾਨ ਇਤਿਹਾਸ ਵੀ ਹੈਗਾ, ਕਿਉਂਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਬਹੁਤ ਵੱਡੀ ਲਾਇਬ੍ਰੇਰੀ ਸੀ। ਉਸ ਤਰ੍ਹਾਂ ਤੇ ਕਹਿੰਦੇ 16,000 ਤੋਂ ਵੀ ਉੱਪਰ ਜਿਹੜਾ ਹੈਗਾ ਸੀਗੀਆਂ, ਪਰ 12,000 ਕੁਝ ਦੀਆਂ ਤਾਂ ਜਿਹੜੀਆਂ ਲਿਸਟਾਂ ਜਿਹੜੀਆਂ 3 ਰਜਿਸਟਰ ਵਾਪਸ ਆਏ ਉਹਨਾਂ ਦੇ ਮੁਤਾਬਕ 12,000 ਤੋਂ ਉੱਪਰ ਜਿਹੜਾ ਸੀ ਉਹ ਤੇ ਉਹ ਬੁੱਕਸ ਸੀਗੀਆਂ ਉੱਥੇ। ਤੇ ਇਹ ਆਈਡੀਆ ਜਿਹੜਾ ਇਸੇ ਕਰਕੇ ਆਇਆ ਸੀ ਵੀ ਉਹ ਅਦਾਲਤ ਕਿਹੜੀ ਸੀ ਜਿਹਨੇ ਸਾਡਾ ਪੱਖ ਸੁਣੇ ਤੋਂ ਬਗੈਰ ਹੀ ਸਾਡਾ ਸਾਹਿਤ ਜਿਹੜਾ ਉਹਨੂੰ ਸਾੜਨ ਦੀ ਗੱਲ ਕੀਤੀ। ਦੂਜੀ ਗੱਲ ਜਿਹੜੀ ਇਹ ਗੱਲ ਕਹਿੰਦੇ ਸੀ ਵੀ ਲਾਇਬ੍ਰੇਰੀ ਸੜੀ ਆ, ਚੁੱਕੀ ਨਹੀਂ ਗਈ, ਉਹ ਤੇ ਜਾਰਜ ਫਰਨਾਂਡਸ ਦੇ ਇਹ ਗੱਲ ਕਹਿਣ ਦੇ ਨਾਲ ਵੀ 117 ਆਈਟਮਾਂ ਜਿਹੜੀਆਂ ਅਸੀਂ ਅੱਗ ਨਾਲ ਸਾੜੀਆਂ, ਇਹਦਾ ਮਤਲਬ ਜੇ ਉਹ ਸਾੜਿਆ ਵੀ ਤੇ ਜਾ ਕੇ ਸਾੜਿਆ ਨਾ। ਇਸ ਕਰਕੇ ਇਹ ਇਹਨਾਂ ਦੇ ਬਿਆਨ ਬੀਜੇਪੀ ਸਰਕਾਰ ਦੇ ਜਿਹੜੇ ਆ, ਉਹ ਉਦੋਂ ਡਿਫੈਂਸ ਮਿਨਿਸਟਰ ਸੀ ਜਾਰਜ ਫਰਨਾਂਡਿਸ, ਵਾਜਪਾਈ ਸਰਕਾਰ ਸੀ, ਉਦੋਂ ਇਹਨਾਂ ਨੇ ਇਹ ਜਿਹੜੀ ਗੱਲ ਕੀਤੀ, ਉਦੋਂ ਇਹ ਮੰਨ ਚੁੱਕੇ ਸੀ ਵੀ ਲਾਇਬ੍ਰੇਰੀ ਜਿਹੜੀ ਵਾਕਿਆ ਚੋਰੀ ਹੋਈ ਹੈ। ਪਰ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਵੀ ਮੈਂ ਤੁਹਾਨੂੰ ਦੱਸ ਦਿੰਦਾ ਥੋੜਾ ਜਿਹਾ ਵੀ ਡਾਕਟਰ ਮਨਮੋਹਨ ਸਿੰਘ 2004 ਦੇ ਵਿੱਚ ਪ੍ਰਧਾਨ ਮੰਤਰੀ ਬਣ ਚੁੱਕੇ ਸੀ। 2004 ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ 400 ਸਾਲਾ ਪ੍ਰਕਾਸ਼ ਦਿਹਾੜੇ ਤੇ ਆਣ ਕੇ ਉੱਥੇ ਜਦੋਂ ਉਹਨਾਂ ਨੇ ਐਡਰੈਸ ਕਰਨਾ ਸੀ ਤੇ ਉਦੋਂ ਉਹ ਕਹਿ ਕੇ ਗਏ ਸੀ ਵੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਦਫ਼ਤਰੀ ਜਿਹੜਾ ਵਾ ਵਿਭਾਗ ਜਿਹੜਾ ਸਾਡੇ ਦਫ਼ਤਰ ਨਾਲ ਸੰਪਰਕ ਕਰੇ, ਅਸੀਂ ਕੋਸ਼ਿਸ਼ ਕਰਾਂਗੇ। ਔਰ ਇਹਨਾਂ ਨੇ ਸੰਪਰਕ ਕੀ ਕੀਤਾ ਵੀ ਜਿਹੜਾ ਹੁਣ ਕਮੇਟੀ ਦਾ ਮੈਂਬਰ ਵੀ ਬਣਿਆ ਵਾ ਦਲਮੇਘ ਸਿੰਘ, ਉਦੋਂ ਮੇਨ ਸਕੱਤਰ ਸੀ, ਮੁੱਖ ਸਕੱਤਰ ਸੀ। ਦਲਮੇਘ ਸਿੰਘ ਦਾ ਇੱਕ ਅਖਬਾਰ ਦੇ ਵਿੱਚ ਮੈਂ ਬਿਆਨ ਦੇਖਿਆ ਕਿ ਇਹ CBI ਨੂੰ ਕੇਸ ਜਿਹੜਾ ਦੇ ਦਿੱਤਾ ਗਿਆ, CBI ਇਨਕੁਆਇਰੀ ਕਰੇਗੀ ਵੀ ਲਾਇਬ੍ਰੇਰੀ ਕਿੱਥੇ ਹੈ। ਮੈਂ ਅਗਲੇ ਦਿਨ ਅਖਬਾਰ ਦੀ ਕਟਿੰਗ ਲੈ ਕੇ ਤੇ ਇਹਦੇ ਦਫ਼ਤਰ ਵਿੱਚ ਗਿਆ। ਮੈਂ ਕਿਹਾ ਭਾਈ ਸਾਹਿਬ ਆਹ ਬਿਆਨ ਤੁਹਾਡਾ? ਕਹਿੰਦੇ ਹਾਂ ਮੈਂ ਉੱਥੇ ਗਿਆ ਸੀ ਦਿੱਲੀ ਤੇ ਉੱਥੋਂ ਉਹਨਾਂ ਨੇ ਕਿਹਾ ਸੀਗਾ CBI ਨੂੰ ਅਸੀਂ ਕਹਿ ਦਿੰਦੇ ਹਾਂ ਵੀ CBI ਇਨਕੁਆਇਰੀ ਕਰੇ। ਮੈਂ ਕਿਹਾ ਅਸੀਂ ਤਾਂ ਅਦਾਲਤ ਵਿੱਚ ਸਾਬਤ ਕੀਤਾ ਵੀ CBI ਹੀ ਚੋਰ ਹੈ ਤੇ ਤੁਸੀਂ ਚੋਰ ਨੂੰ ਕਹਿ ਕੇ ਆ ਗਏ ਹੋ ਵੀ ਚੋਰ ਜੀ ਸਾਡਾ ਸਮਾਨ ਕਿੱਥੇ ਹੈ। ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਸ਼੍ਰੋਮਣੀ ਕਮੇਟੀ ਨੇ ਕੀਤੀਆਂ ਤੇ ਇਸ ਉਹਦੇ ਹਾਸੋਹੀਣੀਆਂ ਗੱਲਾਂ ਹੀ ਕਰਦੇ ਆਉਂਦੇ ਆ। ਜੀ ਸੋ ਭੈਣ ਜੀ ਬਲਜਿੰਦਰਪਾਲ ਕੌਰ ਜੀ, ਤੁਸੀਂ ਵੀ ਇੱਕ ਯੂਨਾਈਟਿਡ ਸਿੱਖਸ ਦੇ ਵੱਲੋਂ ਇੱਕ ਡਾਕੂਮੈਂਟਰੀ ਹੈ ਜਿਹੜੀ ਉਹ ਬਣਾਈ ਸੀਗੀ, ਉਦੋਂ ਤੁਸੀਂ ਕਿਹੜੇ ਗਵਾਹਾਂ ਨੂੰ ਜਿਹੜਾ ਮਿਲੇ ਸੀਗੇ, ਉਹਨਾਂ ਨੇ ਕੀ ਖਾਸ ਗੱਲਾਂ ਜਿਹੜੀਆਂ ਕੀਤੀਆਂ ਸੀ ਜਿਹੜੀਆਂ ਹਰ ਸਿੱਖ ਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਲਾਇਬ੍ਰੇਰੀ ਦੇ ਬਾਰੇ, ਉਹ ਤੁਸੀਂ ਸਾਂਝੀਆਂ ਕਰੋਗੇ? ਹਾਂਜੀ, ਜਿਹੜੀ ਡਾਕੂਮੈਂਟਰੀ ਬਣਾਈ ਸੀ ਜਿਸ ਦਾ ਅੰਗਰੇਜ਼ੀ ਦਾ ਸਿਰਲੇਖ ਸੀ ਸਮੋਕਿੰਗ ਗਨ ਰਿਕਵਰਡ, ਮਤਲਬ ਕਿ ਜਿਹੜੀ ਬੰਦੂਕ ਤੋਂ ਜੇ ਧੂੰਆਂ ਨਿਕਲਦਾ ਹੋਵੇ ਉਹ ਬੰਦੂਕ ਸਾਨੂੰ ਲੱਭੀ ਗਈ ਹੈ। ਸੋ ਉਹ ਇਸ ਕਰਕੇ ਬਣਾਈ ਸੀ ਕਿਉਂਕਿ ਉਸ ਵੇਲੇ 30 ਸਾਲ ਹੋਣੇ ਸਨ 84 ਹੋਣ ਦੇ 2014 ਵਿੱਚ, ਤੇ ਅਸੀਂ ਸਤਨਾਮ ਸਿੰਘ ਜੀ ਹੁਣਾਂ ਨੂੰ ਮਿਲੇ ਹੋਏ ਸਾਂ ਤੇ ਇਹਨਾਂ ਦੀ ਜਿਹੜੀ ਨੌਲੇਜ ਸੀ ਅਸੀਂ ਉਸ ਨੂੰ ਮੁੱਖ ਰੱਖ ਕੇ ਅਸੀਂ ਸੋਚਿਆ ਵੀ ਇੱਕ ਡਾਕੂਮੈਂਟਰੀ ਬਣਾਈਏ ਜਿਹਦੇ ਵਿੱਚ ਜਿਹੜੇ ਵੀ ਵਿਟਨੈਸਸ ਨੇ ਉਹਨਾਂ ਦੇ ਮੂੰਹਾਂ ਤੋਂ ਸੁਣੀਏ ਕਿ ਕੀ ਹੋਇਆ ਸੀ। ਇਸ ਕਰਕੇ ਹਰਦੀਪ ਸਿੰਘ ਜੀ ਅਸਿਸਟੈਂਟ ਲਾਇਬ੍ਰੇਰੀਅਨ ਨੇ, ਉਹਨਾਂ ਨੇ ਉਸ ਡਾਕੂਮੈਂਟਰੀ 'ਚ ਸਪਸ਼ਟ ਦੱਸਿਆ ਕਿ ਮੈਂ ਸ਼ੌਂਕ ਰੱਖਦਾ ਸਾਂ ਤੇ ਮੈਂ 7 ਤਰੀਕ ਸਵੇਰੇ ਤੱਕ ਵੇਖਿਆ ਕੋਈ ਲਾਇਬ੍ਰੇਰੀ ਤੋਂ ਧੂੰਆਂ ਨਹੀਂ ਸੀ ਨਿਕਲ ਰਿਹਾ। ਤੇ ਬੀਬੀ ਗੁਰਸ਼ਰਨ ਕੌਰ ਜੋ ਦਵਿੰਦਰ ਸਿੰਘ ਦੁੱਗਲ ਜੋ ਲਾਇਬ੍ਰੇਰੀਅਨ ਸਨ, ਇੰਚਾਰਜ ਸਨ, ਉਹਨਾਂ ਦੀ ਪਤਨੀ, ਉਹਨਾਂ ਨੇ ਬਿਆਨ ਦਿੱਤਾ ਉੱਥੇ ਡਾਕੂਮੈਂਟਰੀ ਵਿੱਚ ਕਿ 6 ਤਰੀਕ ਸ਼ਾਮ ਨੂੰ ਇਹ ਨਿਕਲੇ ਸਨ ਲਾਇਬ੍ਰੇਰੀ ਛੱਡ ਕੇ, ਕਿਉਂਕਿ ਇਹ ਲਾਇਬ੍ਰੇਰੀ ਦੇ ਕੰਪਲੈਕਸ ਦੇ ਵਿੱਚ ਹੀ ਰਹਿੰਦੇ ਸਨ। ਕਹਿੰਦੇ ਇੱਕ ਪੱਤਾ ਨਹੀਂ ਸੀ ਅਜੇ ਹਿੱਲਿਆ। ਸੋ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ ਹੈ, ਸਤਨਾਮ ਸਿੰਘ ਜੀ ਨੇ ਤੇ ਸ਼ਬਦਲ ਸਿੰਘ ਤੇ ਰਣਜੀਤ ਸਿੰਘ ਨੰਦਾ ਨੇ ਦੱਸਿਆ ਵੀ ਜੇ ਚੁੱਕੀ ਗਈ ਸੀ ਉਹ 7 ਤਰੀਕ ਚੁੱਕੀ ਸੀ, 7 ਤਰੀਕ ਸਵੇਰੇ ਜਦੋਂ ਵੀ ਚੁੱਕੀ ਹੈ, ਕਿਉਂਕਿ 6 ਤਰੀਕ ਜਦੋਂ ਤੱਕ ਇਹ ਨਿਕਲੇ ਸਨ ਦਵਿੰਦਰ ਸਿੰਘ ਦੁੱਗਲ ਤੇ ਉਹਨਾਂ ਦੀ ਪਤਨੀ ਤੇ ਹੋਰ ਜਿਹੜੇ ਨਿਕਲੇ ਸਨ 6 ਤਰੀਕ ਸ਼ਾਮ ਨੂੰ ਨਿਕਲੇ ਨੇ, 4-5 ਵਜੇ ਹੋਣਗੇ, ਉਦੋਂ ਤੱਕ ਕੋਈ ਪੱਤਾ ਨਹੀਂ ਸੀ ਹਿਲਿਆ, ਮਤਲਬ ਉਦੋਂ ਚੁਕਾਈ ਨਹੀਂ ਸੀ ਅਜੇ ਹੋਈ। ਸੋ ਜਦੋਂ ਵੀ ਹੋਈ 7 ਤਰੀਕ ਹੋਈ ਹੈ, 7 ਤਰੀਕ ਦੀ ਸ਼ਾਮ ਅੱਗ ਤੋਂ ਪਹਿਲਾਂ ਹੋਈ ਹੈ। ਸੋ ਇਹ ਸਾਰੇ ਬਿਆਨ ਜਦੋਂ ਬਾਹਰ ਨਿਕਲੇ, ਮੇਰੇ ਵਰਗੇ ਆਮ ਆਦਮੀ ਜਿਹੜੇ ਨੇ ਉਹਨਾਂ ਨੂੰ ਸਪਸ਼ਟ ਬਿਆਨ ਉਹਨਾਂ ਕਿ ਆਈ ਵਿਟਨੈਸਸ ਤੋਂ ਮਿਲੇ ਵੀ ਇਹ ਲਾਇਬ੍ਰੇਰੀ ਜੋ ਸਤਨਾਮ ਸਿੰਘ ਜੀ ਉਹਨਾਂ ਨੂੰ ਪਤਾ ਸੀ ਕੇਸ ਅਨੁਸਾਰ ਨਾ 2004 ਚ ਕੇਸ ਪਾਈ, 2004 ਵਿੱਚ ਕੇਸ ਜਿੱਤੇ, ਇਹਨਾਂ ਨੂੰ ਪਤਾ ਸੀ। ਪਰ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਲਾਇਬ੍ਰੇਰੀ ਸੜੀ ਨਹੀਂ, ਉਹ ਇੱਕ ਕਵਰ ਅਪ ਸੀ ਜਾਂ ਜੋ ਵੀ ਸੀ, ਲਾਇਬ੍ਰੇਰੀ ਚੁੱਕੀ ਗਈ ਹੈ। ਹੁਣ ਉਹ ਬਾਹਰ ਗੱਲ ਕੱਢ ਕੇ ਹੁਣ 6 ਸਾਲ ਹੋ ਗਏ। ਇਸ 6 ਸਾਲਾਂ ਦੇ ਵਿੱਚ
ਜੋ ਅਸੀਂ ਕੁਝ ਕਰਨਾ ਚਾਹਿਆ, ਜਦੋਂ ਅਸੀਂ ਦਲਮੇਕ ਸਿੰਘ ਕੋਲ ਖੁਦ ਗਏ ਸਾਂ, ਇਹਨਾਂ ਨੇ ਵੀ ਕਿਹਾ ਸੀ 24 ਚਿੱਠੀਆਂ ਲਿਖੀਆਂ। ਉਹ 24 ਚਿੱਠੀਆਂ ਤੁਸੀਂ ਅੱਜ ਇੱਕ ਬੰਦੇ ਨੂੰ ਲਿਖੀ ਜਾਓ ਤੇ ਉਹ ਬੰਦਾ ਹੋਵੇ ਜਿਸਨੇ ਤੁਹਾਨੂੰ ਅੱਗੇ ਦੱਸ ਦਿੱਤਾ ਹੈ ਵੀ ਅਸੀਂ ਤਾਂ ਸਾਰਾ ਕੁਝ ਵਾਪਸ ਕਰ ਦਿੱਤਾ, ਤੁਸੀਂ ਇਸ ਚੀਜ਼ ਨੂੰ ਕਿਉਂ ਨਹੀਂ ਐਸਕੇਲੇਟ ਕਰਦੇ? ਮਾਫ ਕਰਨਾ, ਮੇਰੇ ਵਿੱਚ ਜਿੰਨਾ ਗੁੱਸਾ ਹੈ, ਵਕੀਲ ਦਾ ਗੁੱਸਾ ਨਹੀਂ ਹੈ, ਇੱਕ ਸਿੱਖ ਦਾ ਗੁੱਸਾ ਹੈ ਕਿ ਮੈਂ ਨਹੀਂ ਕੁਝ ਕਰ ਸਕੀ, ਕਿ ਜਿਹੜੇ ਮੇਰੇ ਸਾਰੇ ਪੰਥ ਦੇ ਵਾਲੀ ਨੇ, ਵਾਰਿਸ ਨੇ, ਜੋ ਪੰਜਾਬ ਵਿੱਚ ਬੈਠੇ ਨੇ ਤੇ ਵੋਟਾਂ ਪਾਉਂਦੇ ਨੇ ਐਸਜੀਪੀਸੀ ਨੂੰ, ਕਿਉਂਕਿ ਇਹ ਸਿਰਫ ਹੱਕ ਨਹੀਂ ਹੈ, ਇਹ ਜ਼ਿੰਮੇਵਾਰੀ ਤੇ ਹੱਕ ਹੈ ਐਸਜੀਪੀਸੀ ਦਾ। ਜੇ ਉਹਨਾਂ ਨੂੰ ਇੰਨਾ ਸਾਡਾ ਖਜ਼ਾਨਾ, ਐਸਜੀਪੀਸੀ ਦਾ ਖਜ਼ਾਨਾ ਹੈ ਪੰਥ ਦੀ ਜ਼ਿੰਮੇਵਾਰੀ, ਪ੍ਰਬੰਧ ਦੀ ਜ਼ਿੰਮੇਵਾਰੀ, ਜੇ ਅਸੀਂ ਉਹਨਾਂ ਨੂੰ ਇਹ ਖਜ਼ਾਨਾ ਦਿੱਤਾ ਹੈ, ਕਾਫੀ ਦਿੱਤੀ ਹੈ, ਤੇ ਅਸੀਂ ਬਾਰ-ਬਾਰ ਉਹਨਾਂ ਨੂੰ ਉਹੀ ਬੰਦਿਆਂ ਨੂੰ ਰੱਖੀ ਜਾਂਦੇ ਹਾਂ ਤੇ ਉਹ ਕੁਝ ਨਹੀਂ ਕਰ ਰਹੇ, ਮਤਲਬ ਕਿ ਹੋਰ ਕੀ ਖਰਾਬੀਆਂ ਕਰਦੇ ਹੋਣਗੇ ਜੇ ਆਪਣੀ ਘਰ ਦੀ ਜਿਹੜੀ ਵਿਰਾਸਤ ਹੈ, ਜੋ ਖਜ਼ਾਨਾ ਹੈ, ਉਹ ਲੁਟਾਇਆ ਹੋਇਆ ਉਹ ਵਾਪਸ ਨਹੀਂ ਲੈ ਸਕੇ। ਐਸੇ ਵਕੀਲ ਨਹੀਂ ਮੈਂ ਬੋਲ ਰਹੀ, ਐਸੇ ਸਿੱਖ ਮੈਂ ਬੋਲ ਰਹੀ ਹਾਂ ਕਿ ਅਸੀਂ ਬਾਹਰ ਗੱਲ ਕੱਢ ਦਿੱਤੀ ਹੈ। ਹੁਣ ਜਿਹੜੇ ਵੀ ਤੁਹਾਡੇ ਚੈਨਲ ਦੇ ਦਰਸ਼ਕ ਹੋਣਗੇ ਉਹ ਵੇਖਣਗੇ ਅੱਜ ਉਹ ਕੀ ਕਰਨ ਇਸ ਬਾਰੇ। ਬਿਲਕੁਲ ਬਿਲਕੁਲ, ਇਹੀ ਸਭ ਤੋਂ ਵੱਡਾ ਸਵਾਲ ਹੈ ਕਿ ਅੱਜ ਕੀ ਹਰ ਇੱਕ ਸਿੱਖ ਨਿੱਜੀ ਤੌਰ ਤੇ ਕੀ ਕਰੇਗਾ ਇਸ ਦੇ ਲਈ। ਔਰ ਇਹ ਤਰਾਸਦੀ ਹੈਗੀ ਹੈ ਕਿ ਹਰ ਇੱਕ ਸਿੱਖ ਨੂੰ ਇਸ ਬਾਰੇ ਪਤਾ ਹੀ ਨਹੀਂ। ਜੂਨ 1984 ਦਾ ਘੱਲੂਘਾਰੇ ਦੇ ਦਿਨ ਆਉਂਦੇ ਨੇ, ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀ, ਪਰ ਇੱਕ ਖਜ਼ਾਨਾ ਸਿੱਖਾਂ ਦਾ ਲੁੱਟਿਆ ਗਿਆ ਸੀ। ਕਹਿੰਦੇ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਹਦਾ ਜਿਹੜਾ ਇਤਿਹਾਸ ਹੁੰਦਾ ਹੈ ਉਹਨੂੰ ਸਾੜ ਦਿਓ ਤੇ ਫਿਰ ਥੋੜੇ ਟਾਈਮ ਬਾਅਦ ਨਵਾਂ ਲਿਖਵਾਓ ਇਤਿਹਾਸ, ਤੇ ਉਹ ਕੌਮ ਆਪਣਾ ਵਜੂਦ ਹੀ ਭੁੱਲ ਜਾਏਗੀ ਕਿ ਸਾਡਾ ਵਜੂਦ ਕੀ ਹੁੰਦਾ ਸੀ। ਸੋ ਸਿੰਘ ਸਾਹਿਬ, ਆਪਣੇ ਕੋਲ 5-7 ਮਿੰਟ ਹੀ ਰਹਿ ਗਏ ਨੇ, ਮੈਂ ਤੁਹਾਡੇ ਤੋਂ ਇਹ ਪੁੱਛਾਂਗੀ, ਜਿਵੇਂ ਹੁਣ ਮਨਜਿੰਦਰਪਾਲ ਭੈਣ ਜੀ ਨੇ ਗੱਲ ਕੀਤੀ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਦੇ ਅੰਦਰ ਗੁੱਸਾ ਹੈਗਾ ਕਿ ਕੋਈ ਕੁਝ ਕਰ ਕਿਉਂ ਨਹੀਂ ਰਿਹਾ, ਖਾਸ ਕਰਕੇ ਸਾਡੀ ਜਿਹੜੀ ਸਿਰਮੌਰ ਜਥੇਬੰਦੀ ਹੈ ਸਿੱਖਾਂ ਦੀ। ਜਿਸ ਤਰ੍ਹਾਂ ਹਰ ਸਾਲ ਘੱਲੂਘਾਰੇ ਦੀ ਜਿਹੜੀ ਮਨਾਈ ਜਾਂਦੀ ਹੈ, ਜੇ ਆਪਾਂ ਜਿਹੜੀਆਂ ਹੈਗੀਆਂ ਖਾਲਿਸਤਾਨੀ ਜਥੇਬੰਦੀਆਂ ਉਹਨਾਂ ਦੀ ਗੱਲ ਕਰ ਲਈਏ, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ, ਸੰਦੇਸ਼ ਵੀ ਪੜ੍ਹੇ ਜਾਂਦੇ ਨੇ, ਪਰ ਇਸ ਮੁੱਦੇ ਨੂੰ ਉਸ ਤਰੀਕੇ ਨਾਲ ਨਹੀਂ ਚੁੱਕਿਆ ਜਾਂਦਾ। ਇਹਨੂੰ ਇੰਨੀ ਇੰਪੋਰਟੈਂਸ ਕਿਉਂ ਨਹੀਂ ਦਿੱਤੀ ਜਾਂਦੀ? ਲਾਇਬ੍ਰੇਰੀ ਦੇ ਮਸਲੇ ਨੂੰ ਇੱਕ ਨਿੱਕਾ ਜਿਹਾ ਮਸਲਾ ਜਿਹੜਾ ਮੈਨੂੰ ਲੱਗਦਾ ਹੈ ਕਿ ਉਹ ਸਮਝਿਆ ਜਾਂਦਾ, ਇਹਦੀ ਗੱਲ ਹੀ ਨਹੀਂ ਹੁੰਦੀ ਵੱਡੇ ਪੱਧਰ ਤੇ। ਤੁਸੀਂ ਦੇਖੋ ਵੀ 1984 ਤੋਂ ਲੈ ਕੇ ਹੁਣ ਤੱਕ 36 ਸਾਲ ਬੀਤ ਚੁੱਕੇ ਆ, ਤੇ ਇਹਨਾਂ 36 ਸਾਲਾਂ ਦੇ ਵਿੱਚ ਸਿਰਫ ਇੱਕ ਉਦਮ ਕੀਤਾ ਦਲ ਖਾਲਸਾ ਜਥੇਬੰਦੀ ਨੇ, ਜਿਨਨੇ ਇੱਕ ਡਾਇਰੈਕਟਰੀ ਬਣਾਈ ਸੀ ਕੋਈ 200 ਦੇ ਕਰੀਬ ਸਿੰਘਾਂ ਦੀਆਂ, ਵੀ ਉਹ ਇੱਥੇ ਸ਼ਹੀਦ ਹੋਏ ਆ। ਐਡੀ ਵੱਡੀ ਸ਼੍ਰੋਮਣੀ ਕਮੇਟੀ ਆ, ਐਡਾ ਵੱਡਾ ਉਹਦਾ ਦਾਇਰਾ ਹੈ, ਅਜੇ ਤੱਕ ਸ਼੍ਰੋਮਣੀ ਕਮੇਟੀ ਤੇ ਇਹ ਕੰਮ, ਮਾਮੂਲੀ ਕੰਮ ਜਿਹੜਾ ਉਹ ਨਹੀਂ ਕਰ ਸਕੀ, ਜਿਹੜਾ ਇਹ ਕੰਮ ਸਿੱਖ ਕਰ ਸਕਦਾ ਉਹ ਨਹੀਂ ਕਰ ਸਕੀ। ਔਰ ਜਿਹੜੀਆਂ ਦੂਜੀਆਂ ਜਥੇਬੰਦੀਆਂ ਦੀ ਗੱਲ ਕਰਦੇ ਆ, ਉਹ ਜਿੱਦਾਂ ਨਾ ਉਹ ਸਮਝਦੇ ਆ ਵੀ ਜਿਹੜੀ ਜ਼ਿੰਮੇਵਾਰੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਜਦੋਂ ਸਾਨੂੰ ਇੱਕ ਗੱਲ ਕਲੀਅਰ ਹੋ ਗਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇੰਡੀਪੈਂਡੈਂਟ ਨਹੀਂ ਹੈ, ਉਹ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੇ ਅਧੀਨ ਹੈ, ਤੇ ਉਸ ਪਰਿਵਾਰ ਨੇ ਸਾਡੀ ਕੌਮ ਦਾ ਕਦੀ ਵੀ ਕੋਈ ਜਿਹੜਾ ਹੈਗਾ ਬਿਹਤਰੀ ਨਹੀਂ ਸੋਚੀ, ਤੇ ਨਾ ਉਹਨੇ ਸੋਚਣਾ, ਉਹਨਾਂ ਤੇ ਆਪਣੀ ਰਾਜਨੀਤੀ ਕਰਨੀ ਹੈ। ਇਹਨਾਂ ਹਾਲਾਤਾਂ ਵਿੱਚ ਬਾਕੀ ਸਾਰੀਆਂ ਜਥੇਬੰਦੀਆਂ, ਜਿਸ ਤਰ੍ਹਾਂ ਆਪਾਂ ਇਹ ਗੱਲ ਕਰਦੇ ਨਾ, ਮੈਂ ਕੋਈ ਵੀ ਜਥੇਬੰਦੀ ਇਸ ਗੱਲੋਂ ਮੁਨਕਰ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਮੈਂ 2004 ਦੇ ਵਿੱਚ ਨਾਂ ਦੱਸਿਆ ਹੋਵੇ 2002 ਦੇ ਵਿੱਚ ਵੀ ਲਾਇਬ੍ਰੇਰੀ ਸੜੀ ਨਹੀਂ ਹੈ, ਉਹ ਚੁੱਕੀ ਗਈ ਹੈ, ਅਖਬਾਰਾਂ ਰਾਹੀਂ ਵੀ ਆਇਆ। ਔਰ ਉਸ ਤੋਂ ਬਾਅਦ ਮੈਂ ਖੁਦ ਚਿੱਠੀਆਂ ਲਿਖ ਕੇ ਪਾਉਂਦਾ ਰਿਹਾ, ਜਦੋਂ ਕਿਤੇ ਮੈਨੂੰ ਵੈਸੇ ਪੁਲਿਸ ਤੰਗ ਕਰਦੀ ਉਦੋਂ ਮੈਂ ਚਿੱਠੀਆਂ ਪਾਉਂਦਾ ਰਿਹਾ ਵੀ ਮੇਰੇ ਪਰਿਵਾਰ ਨੂੰ ਇਸ ਤਰ੍ਹਾਂ 6 ਮੈਂਬਰ ਮਾਰੇ ਆ ਪੁਲਿਸ ਨੇ, ਤੇ ਹੁਣ ਮੈਨੂੰ ਵੀ ਚੁੱਕਣਾ ਚਾਹੁੰਦੇ ਆ। ਇਹ ਨਾ ਤਾਂ ਕਿਸੇ ਜਥੇਬੰਦੀ ਨੇ ਉਸ ਵੇਲੇ ਸਾਡਾ ਕੋਈ ਸਾਥ ਦਿੱਤਾ, ਤੇ ਨਾ ਕੋਈ ਹੋਰ ਕੋਈ ਉਸ ਵੇਲੇ ਸਾਹਮਣੇ ਆਇਆ। ਸਿਰਫ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ, ਉਹਨਾਂ ਨੇ ਜ਼ਰੂਰ ਸਾਡੇ ਕੇਸ ਨੂੰ ਥੋੜਾ ਜਿਹਾ ਸਾਨੂੰ ਮੋਢਾ ਦਿੱਤਾ, ਆਪਣਾ ਵਕੀਲ ਦਿੱਤਾ, ਤਾਂ ਅਸੀਂ ਕੇਸ ਜਿਹੜਾ ਉਹ ਕਰਦੇ ਰਹੇ। ਪਰ ਇਹ ਸਾਰਾ ਕੁਝ ਮੈਂ ਇਹੀ ਗੱਲ ਕਹੂੰਗਾ ਵੀ ਜਿਸ ਤਰ੍ਹਾਂ ਨਾ ਜ਼ਿੰਮੇਵਾਰੀਆਂ ਅਸੀਂ ਆਪਣੀਆਂ ਨਹੀਂ ਸਮਝਦੇ, ਸਗੋਂ ਹਰ ਗੱਲ ਜਿਹੜੀ ਆ ਦੂਸਰੇ ਤੇ ਸੁੱਟਦੇ ਆ। ਐਸਜੀਪੀਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ, ਨੁਮਾਇੰਦਗੀ ਜਾਤ ਆਪਣੀ ਸਾਡੀ ਕਰਨ ਵਾਲੀ ਇੱਕ ਸ਼੍ਰੋਮਣੀ ਕਮੇਟੀ ਆ, ਪਰ ਉਹ ਵੀ ਆਪਣਾ ਜਿਹੜਾ ਫਰਜ਼ ਹੈ ਉਹ ਨਹੀਂ ਨਿਭਾ ਰਹੀ। ਔਰ ਇਹ ਹੁਣ ਨਹੀਂ, ਇਹ ਪਿਛਲੇ 20-25-30 ਸਾਲਾਂ ਤੋਂ, ਕਿ 1984 ਤੋਂ ਪਹਿਲਾਂ ਤੱਕ ਵੀ ਉਹਨਾਂ ਨੇ ਆਪਣਾ ਕੋਈ ਫਰਜ਼ ਇਹੋ ਜਿਹਾ ਨਹੀਂ ਨਿਭਾਇਆ, ਹਮੇਸ਼ਾ ਹੀ ਟਾਲ ਮਟੋਲ ਕਰਨ ਦੀ ਕੋਸ਼ਿਸ਼ ਕੀਤੀ। ਤੇ ਆਹ ਜਿਹੜਾ ਲਾਇਬ੍ਰੇਰੀ ਕੇਸ ਜਿਹੜੀ ਉਹਨਾਂ ਦੀ ਕਮੇਟੀ ਬਣੀ, ਹੁਣ ਅੱਗੇ ਤੁਹਾਡੀ ਲੜਾਈ ਹੈ ਜਿਹੜੀ ਤੁਸੀਂ 2002 ਤੋਂ ਜਿਹੜੀ ਇਹ ਸ਼ੁਰੂ ਕੀਤੀ ਹੈ,
ਬਹੁਤ ਚੰਗੀ ਗੱਲ ਹੈ, ਇੱਕ ਇਤਿਹਾਸ ਲਿਖਿਆ ਜਾਏਗਾ, ਇਸ ਗੱਲ ਦਾ ਵੀ ਇਤਿਹਾਸ ਵਿੱਚ ਦਰਜ ਹੋਏਗੀ। ਅੱਗੇ ਤੁਸੀਂ ਕੀ ਕਰ ਰਹੇ ਹੋ, ਇਸ ਲੜਾਈ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਲੈ ਕੇ ਜਾਓਗੇ? ਤੇ ਨਾਲ ਹੀ ਇਹ ਸਵਾਲ ਭੈਣ ਜੀ ਮਨਜਿੰਦਰਪਾਲ ਕੌਰ ਜੀ ਦੇ ਲਈ ਵੀ ਹੈ ਕਿ ਤੁਸੀਂ ਰਲ ਮਿਲ ਕੇ ਇਸ ਕੇਸ ਨੂੰ ਅੱਗੇ ਵਧਾ ਰਹੇ ਹੋ ਜਾਂ ਕੀ ਪਲਾਨ ਹੈ? ਮੈਂ ਪਹਿਲਾਂ ਇਹੀ ਦੱਸਾਂਗੀ ਕਿ ਜਿੰਨਾ ਅਸੀਂ ਪਿਛਲੇ ਸਾਲ ਹਾਂਜੀ ਵੀਰ ਜੀ ਪਹਿਲਾਂ ਭੈਣ ਜੀ ਤੁਸੀਂ ਆਪਣੀ ਗੱਲ ਪਿਛਲੇ ਪੂਰੀ ਕਰੋ। ਸਾਲ ਹਾਂਜੀ, ਜੋ ਜਿੰਨਾ ਕੰਮ ਸਤਨਾਮ ਸਿੰਘ ਜੀ ਨੇ ਕੀਤਾ ਨਾ ਕੱਲਿਆਂ ਨੇ, ਭਾਵੇਂ ਵਕੀਲ ਰੱਖੇ ਸਨ, ਉਹ ਕਿਸੇ ਨੇ ਨਹੀਂ ਅਜੇ ਕੀਤਾ। ਤੇ ਅਸੀਂ ਬਾਰ-ਬਾਰ ਉਹਨਾਂ ਨੂੰ ਪੁੱਛ ਰਹੇ ਤੁਸੀਂ ਕੀ ਕਰ ਰਹੇ ਹੋ। ਗੱਲ ਇਹ ਹੈ ਕਿ ਜਦੋਂ ਅਸੀਂ ਕਰਨਾ ਸ਼ੁਰੂ ਕੀਤਾ ਸੀ, ਜਿੱਥੇ ਵੀ ਅਸੀਂ ਜਾਂਦੇ ਸਨ ਸਾਡਾ ਰੋਡ ਬਲੌਕ ਹੁੰਦਾ ਸੀ ਕਿ ਇਹ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈ, ਇਹ ਇਨਫੋਰਮੇਸ਼ਨ ਤੁਸੀਂ ਐਸਜੀਪੀਸੀ ਰਾਹੀਂ ਮੰਗਵਾਓ। ਪਿਛਲੇ ਸਾਲ ਜਦੋਂ ਅਨੁਰਾਗ ਸਿੰਘ ਨੇ ਉਹ ਧਮਾਕਾ ਰਚਾਇਆ ਸੀ, ਜਦੋਂ ਸਾਰੇ ਬੋਲਣ ਲੱਗੇ ਕਿ ਇਹ ਸਰੂਪ ਬਾਜ਼ਾਰਾਂ ਵਿੱਚ ਵਿਕਦੇ ਜਾ ਰਹੇ ਨੇ, ਉਸ ਵੇਲੇ ਜਦੋਂ ਐਸਜੀਪੀਸੀ ਨੇ ਕਮੇਟੀ ਬਣਾਈ, ਸਾਡੀ ਸੋਚ ਸੀ ਵੀ ਉਨਾ ਕੁ ਇਨਫੋਰਮੇਸ਼ਨ ਤਾਂ ਜ਼ਰੂਰ ਮਿਲੇਗਾ, ਉਸ ਤੋਂ ਫਿਰ ਅਸੀਂ ਇਸ ਨੂੰ ਡਿਵੈਲਪ ਕਰਾਂਗੇ। ਪਰ ਹਰਸ਼ਰਨ ਕੌਰ ਜੀ ਤੇ ਸਤਨਾਮ ਸਿੰਘ ਜੀ, ਤੁਹਾਨੂੰ ਪਤਾ ਹੈ ਕਿ ਜੋ ਐਸਜੀਪੀਸੀ ਦਾ ਜਿਹੜੀ ਕਹਿੰਦੇ ਨਾ ਵੀ ਅਣਗਹਿਲੀਆਂ ਨੇ, ਉਹ ਇੱਥੋਂ ਤੱਕ ਵੀ ਨੇ ਕਿ ਜਿੱਥੇ ਗਲਿਆਰੇ ਦੇ ਵਿੱਚ ਇਸ ਵੇਲੇ ਗਲਿਆਰੇ ਤੋਂ ਬਾਅਦ ਜਿਹੜਾ ਨਵਾਂ ਬਣਾਇਆ ਹੋਇਆ ਆ ਹੈਰੀਟੇਜ ਵਾਕ, ਤੇ ਇੱਕ ਪੂਰਾ ਪਿਆਜ਼ਾ ਬਣਾਇਆ ਹੈ ਦਰਬਾਰ ਸਾਹਿਬ ਦਾ ਤੋਂ ਬਾਹਰ, ਜਿੱਥੇ ਇੱਕ ਬੇਸਮੈਂਟ ਤੇ ਇੱਕ ਐਕਸੀਬਿਸ਼ਨ ਹੈ। ਤੁਹਾਨੂੰ ਪਤਾ ਨਾ, ਉਹ ਬਹੁਤ ਕਰੋੜਾਂ ਦੇ ਪੈਸੇ ਲਾ ਕੇ ਉਹਨਾਂ ਨੇ ਐਕਸੀਬਿਸ਼ਨ ਸੈਂਟਰ ਬਣਾਇਆ ਹੈ, ਜਿੱਥੇ ਉਹ ਦੱਸਿਆ ਹੈ ਇਨਫੋਰਮੇਸ਼ਨ ਅਬਾਊਟ ਦਰਬਾਰ ਸਾਹਿਬ। ਤੁਹਾਨੂੰ ਪਤਾ ਉਸ ਦੇ ਵਿੱਚ ਇੱਕ ਗੱਲ ਨਹੀਂ ਕਹੀ 84 ਦੀ, ਇੱਕ ਗੱਲ ਨਹੀਂ ਹੈ। ਮਤਲਬ ਕਿ ਜੇ ਕੋਈ ਵਿਜ਼ਿਟਰ ਆਏਗਾ, ਇੱਕ ਵਿਜ਼ਿਟਰ ਸੈਂਟਰ ਹੈ ਕਹਿ ਲਓ, ਕੋਈ ਵਿਜ਼ਿਟਰ ਆਏਗਾ, ਲਾਇਬ੍ਰੇਰੀ ਨੂੰ ਛੱਡੋ, ਉਹ ਵਿਜ਼ਿਟਰ ਉੱਥੋਂ ਜਾਏਗਾ, ਕੋਈ ਗੱਲ ਨਹੀਂ ਹੈ 84 ਦੀ। ਸੁਣਨ ਵਿੱਚ ਆਉਂਦਾ ਹੈ ਵੀ ਜਿਸ ਨੇ ਉਸ ਐਕਸੀਬਿਸ਼ਨ ਨੂੰ ਕਿਊਰੇਟ ਕੀਤਾ ਸੀ, ਉਹਨਾਂ ਨੇ ਜ਼ਰੂਰ ਲਿਖਿਆ ਕਿ 84 ਤੇ ਕੀ ਹੋਇਆ ਹੈ, ਪਰ ਬਾਦਲ ਪਰਿਵਾਰ ਨੇ ਉਸ ਐਕਸੀਬਿਸ਼ਨ ਦਾ ਕਿਊਰੇਸ਼ਨ ਦਾ ਜੋ ਐਫਰਟ ਸੀ ਉਹ ਮਿਟਾਇਆ ਸੀ। ਹੁਣ ਮੈਂ ਇੱਥੋਂ ਤੱਕ ਕਹਿਣ ਨੂੰ ਤਿਆਰ ਹਾਂ ਕਿ ਇਹ ਡਿਲਿਬਰੇਟ ਪਲਾਨ ਹੈ। ਜੇ ਅਸੀਂ ਸ਼ੱਕ ਕਰਦੇ ਹਾਂ ਵੀ ਜੋ ਐਸਜੀਪੀਸੀ ਨੇ ਨਹੀਂ ਕੀਤਾ ਰੈਫਰੈਂਸ ਲਾਇਬ੍ਰੇਰੀ ਲਈ, ਅਣਗਹਿਲੀ ਹੈ, ਇਹ ਅਣਗਹਿਲੀ ਨਹੀਂ ਹੋ ਸਕਦੀ। ਜੇ ਤੁਸੀਂ ਇੱਕ ਐਕਸੀਬਿਸ਼ਨ ਅੱਜ ਦੇ ਦਿਨ ਕਰੋੜਾਂ ਪੈਸੇ ਲਾ ਕੇ ਹੈਰੀਟੇਜ ਵਾਕ ਨੂੰ ਮੁੱਖ ਰੱਖ ਕੇ ਤੁਸੀਂ ਇੱਕ ਬਣਾਇਆ ਹੈ ਬੇਸਮੈਂਟ ਵਿੱਚ, ਜਿੱਥੇ ਜੋੜਾ ਕਰ, ਜਿੱਥੇ ਉਹ ਫਾਊਂਟਨ ਹੈ ਨਾ, ਫੁਹਾਰਾ ਹੈ, ਤੇ ਉਹਦੇ ਵਿੱਚ ਇੱਕ ਗੱਲ ਨਹੀਂ ਕਹੀ ਵੀ 84 ਵਿੱਚ ਕੀ ਹੋਇਆ ਸੀ ਦਰਬਾਰ ਸਾਹਿਬ ਵਿੱਚ। ਉਹ ਸਬੂਤ ਹੈ, ਉਹ ਸਬੂਤ ਹੈ ਕਿ ਇਹ ਜਾਣ ਬੁੱਝ ਕੇ ਕੋਈ ਉਦਮ ਨਹੀਂ ਕੀਤਾ ਜਾ ਰਿਹਾ। ਇੱਕ ਵਾਰੀ ਮੈਂ ਇੱਕ ਵਕੀਲ ਨੂੰ ਮਿਲਣ ਗਈ ਸਾਂ, ਵਕੀਲ ਕਰਨ ਲਈ, ਉਹ ਕਹਿੰਦੇ ਭੈਣ ਜੀ, ਜੇ ਇਹ ਪਤਾ ਲੱਗਾ ਵੀ ਜਿਨ੍ਹਾਂ ਕੋਲ ਤੁਸੀਂ ਮਦਦ ਲੈ ਰਹੇ ਹੋ ਜਾਂ ਜਿਨ੍ਹਾਂ ਨੂੰ ਜ਼ਿੰਮੇਵਾਰ ਬਣਾ ਰਹੇ ਹੋ ਤੇ ਚੋਰ ਉੱਥੋਂ ਹੀ ਨਿਕਲਿਆ, ਤੁਸੀਂ ਤਿਆਰ ਹੋਵੋਗੇ? ਮੈਂ ਕਿਹਾ ਵੀਰ ਜੀ, ਕੋਈ ਵੀ ਚੋਰ ਕਿਤੋਂ ਵੀ ਨਿਕਲੇ, ਸਾਨੂੰ ਚੋਰੀ ਦਾ ਮਾਲ ਚਾਹੀਦਾ ਹੈ, ਅਸੀਂ ਕਾਰਵਾਈ ਕਰਾਂਗੇ ਤੇ ਤੁਸੀਂ ਸਾਡੇ ਨਾਲ ਲੱਗੋ। ਸੋ ਅਖੀਰਲੇ ਲਫ਼ਜ਼ਾਂ ਵਿੱਚ ਇਹੀ ਕਹਿ ਸਕਦੀ ਹਾਂ, ਜਿਨ੍ਹਾਂ ਚਿਰ ਪੰਥ ਇੱਕ ਭੁਚਾਲ ਵਾਂਗੂ ਐਸਜੀਪੀਸੀ ਦੇ ਪਿੱਛੇ ਨਹੀਂ ਪਏਗਾ, ਮੇਰੇ ਵਰਗੇ ਸਤਨਾਮ ਸਿੰਘ ਖੰਡੇ ਵਰਗੇ ਇੱਕ ਪੇਪਰ ਵਿੱਚ ਵੀ ਜ਼ਰੂਰ ਲਿਆ ਦਾਂਗੇ, ਪਰ ਕੋਈ ਬਦਲਾਹਟ ਨਹੀਂ ਆਉਣੀ। ਜੀ ਸਿੰਘ ਸਾਹਿਬ ਜੀ। ਹਾਂਜੀ, ਜੀ ਬਸ ਸਿੰਘ ਇਹੀ ਸਾਹਿਬ, ਗੱਲ ਹੈ ਜੋ ਵੀ ਹਾਂ, ਉਹ ਭੈਣ ਜੀ ਨੇ ਤੁਹਾਨੂੰ ਦੱਸ ਦਿੱਤਾ ਵਾ। ਅਸੀਂ ਉਦੋਂ ਪੂਰੀ ਸਾਡੀ ਤਿਆਰੀ ਸੀ, ਚੰਡੀਗੜ੍ਹ ਵਕੀਲਾਂ ਨਾਲ ਗੱਲ ਵੀ ਹੋ ਗਈ ਸੀ, ਹੋਰ ਵੀ ਵਧੀਆ ਵਕੀਲਾਂ ਨਾਲ ਗੱਲ ਹੋ ਗਈ ਸੀ, ਅਸੀਂ ਕੇਸ ਪਾਉਣ ਲੱਗੇ ਸੀ। ਪਰ ਉਹਨੇ ਚਿਰ ਨੂੰ ਡਾਕਟਰ ਅਨੁਰਾਗ ਦਾ ਜਿਹੜਾ ਚਿੱਠਾ ਸਾਹਮਣੇ ਆਇਆ ਸੀ, ਉਹਦੇ ਵਿੱਚ ਬਹੁਤ ਵੱਡੇ ਚਿਹਰੇ ਵੀ ਨੰਗੇ ਹੋਏ ਸੀ ਵੀ ਕੀ ਹੋਇਆ ਵਾ। ਤੇ ਉਹਦੇ ਵਿੱਚ ਜਦੋਂ ਅਸੀਂ ਭੈਣ ਜੀ ਮਨਜਿੰਦਰਪਾਲ ਕੌਰ ਨੇ ਵੀ ਕਿਹਾ ਸੀ ਵੀ ਪਹਿਲਾਂ ਇਹਨਾਂ ਤੋਂ ਪਤਾ ਤਾਂ ਲੱਗ ਜੇ ਸਾਨੂੰ ਵੀ ਜਿਹੜਾ ਭਾਰਤ ਸਰਕਾਰ ਨੇ ਕਹਿ ਦਿੱਤਾ ਜਾਂ ਅਨੁਰਾਗ ਸਿੰਘ ਨੇ ਕਹਿ ਦਿੱਤਾ ਵੀ ਇਹ ਇੰਨੇ ਸਰੂਪ ਵਾਪਸ ਆਏ ਆ। ਹੁਣ ਡਾਕਟਰ ਅਨੁਰਾਗ ਨੂੰ ਪਰਸੋਂ ਮੇਰੀ ਗੱਲ ਹੋਈ ਮਾੜੀ ਜੀ, ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜਿਹੜੇ ਸਰੂਪ ਜਿਹੜੇ 205 ਜਿਹਦੇ ਵਿੱਚ 185 ਇੱਕ ਕਮਰੇ ਵਿੱਚੋਂ ਤੇ 20 ਸਰੂਪ ਇੱਕ ਕਮਰੇ ਵਿੱਚੋਂ ਤੇ 2 ਜਿਹੜੇ ਦਸਮ ਗ੍ਰੰਥ ਦੇ ਸਰੂਪ ਸੀ, ਉਹਦਾ ਕੀ ਬਣਿਆ? ਤੇ ਸ਼੍ਰੋਮਣੀ ਕਮੇਟੀ ਨੂੰ ਪੁੱਛੋ ਤਾਂ ਕਹਿੰਦੇ ਜੀ 22 ਸਰੂਪ ਜਿਹੜੇ ਉਹ ਤਾਂ
ਜੋਗਿੰਦਰ ਸਿੰਘ ਤਲਵਾੜੇ ਦੇ ਸਨ, ਅਸੀਂ ਉਹਨਾਂ ਨੂੰ ਦੇ ਦਿੱਤੇ ਤੇ ਬਾਕੀ ਜਿਹੜੇ 185 ਆ ਉਹ ਅਸੀਂ ਰਿਸੀਵ ਕਰ ਲਏ। ਉਹ ਕਹਿੰਦੇ ਇਹ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਹਿੱਸਾ ਨਹੀਂ, ਇਹ ਥੱਲੇ ਵਾਲੇ ਕਮਰੇ ਆ। ਡਾਕਟਰ ਨਰਾਗ ਜਿਹੜੇ ਨੇ ਉਹ ਲਾਇਬ੍ਰੇਰੀਅਨ ਵੀ ਰਹਿ ਗਏ ਨੇ, ਉਹ ਕਹਿੰਦੇ ਵੀ ਮੈਂ ਉੱਥੇ ਦੇਖਿਆ ਉਹਨਾਂ ਦੇ ਵਿੱਚ ਤਾਂ ਸਿਰਫ ਅਖਬਾਰਾਂ ਦੀ ਕਟਿੰਗ ਹੁੰਦੀ ਆ ਜਾਂ ਅਖਬਾਰਾਂ ਹੁੰਦੀਆਂ। ਉਹ ਕਹਿੰਦੇ ਵੀ ਉੱਥੇ ਕਮਰਾ ਹੀ ਹੈ ਨਹੀਂ ਸੀ ਜਿਹਦੇ ਵਿੱਚੋਂ ਮਿਲੇ, ਇਸ ਕਰਕੇ ਉਹਦਾ ਦਾਅਵਾ ਹੈ ਵੀ ਉਹ ਭਾਰਤ ਸਰਕਾਰ ਨੇ ਵਾਪਸ ਕੀਤੇ। ਸ਼੍ਰੋਮਣੀ ਕਮੇਟੀ ਕਹਿੰਦੀ ਵੀ ਨਹੀਂ, ਉਹ ਸਰੂਪ ਜਿਹੜੇ ਉਹ ਲੈ ਕੇ ਨਹੀਂ ਗਏ। ਅਜੇ ਤੱਕ ਤੇ ਇਹ ਵੀ ਨਹੀਂ ਸ਼੍ਰੋਮਣੀ ਕਮੇਟੀ ਪਬਲਿਕਲੀ ਰਿਪੋਰਟ ਦੇ ਸਕੀ ਵੀ ਉਹ ਸਰੂਪ ਜਿਹੜੇ ਆ ਉਹ ਰੈਫਰੈਂਸ ਲਾਇਬ੍ਰੇਰੀ ਦੇ ਚੋਰੀ ਹੋਏ ਸਰੂਪ ਨਹੀਂ ਹੈ, ਉਹ ਤਾਂ ਇੱਥੇ ਹੀ ਸਨ ਤੇ ਇੱਥੋਂ ਹੀ ਸਾਨੂੰ ਪ੍ਰਾਪਤ ਹੋ ਗਏ। ਇਹੋ ਜਿਹੀਆਂ ਗੱਲਾਂ ਬਾਤਾਂ ਸਾਹਮਣੇ ਆਉਂਦੀਆਂ। ਅਸੀਂ ਉਹਨਾਂ ਦੀ ਵੇਟ ਕਰਦੇ ਸੀ। ਹੁਣ ਮੈਂ ਆਉਣਾ ਵਾ ਜਦੋਂ ਲੋਕਡਾਊਨ ਹਟਦਾ ਤੇ ਫਿਰ ਮੈਂ ਫਿਰ ਆਣ ਕੇ ਭੈਣ ਜੀ ਨਾਲ ਵਿਚਾਰ ਕਰਕੇ ਫਿਰ ਪਾ ਦੇਣਾ। ਜੀ ਬਿਲकुल। सो यानी कि ਤੁਸੀਂ ਅੱਗੇ ਕਾਨੂੰਨੀ ਲੜਾਈ ਹੈ ਜਿਹੜੀ ਆਪਣੀ ਜਾਰੀ ਰੱਖੋਗੇ ਜਦੋਂ ਇਹ ਸਾਫ਼ ਹੋ ਗਿਆ ਕਿ ਭਾਰਤ ਸਰਕਾਰ ਦੇ ਕੋਲ ਕਿੰਨਾ ਜਿਹੜਾ ਖਜ਼ਾਨਾ ਪਿਆ ਹੈਗਾ ਤੇ ਕਿੰਨਾ ਵਾਪਸ ਆ ਗਿਆ ਹੈਗਾ। ਜਿਹੜਾ ਵਾਪਸ ਆਇਆ ਉਹ ਕਿੱਥੇ ਆਏ? ਵੱਡੇ ਸਵਾਲ ਸਾਰੇ ਹਲੇ ਵੀ ਸਾਡੇ ਸਾਹਮਣੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਕਮੇਟੀ ਲਈ ਅਸੀਂ ਹੁਣ ਵੀ ਸਵਾਲ ਛੱਡ ਕੇ ਜਾਵਾਂਗੇ, ਚਾਹੇ ਬੀਬੀ ਜਗੀਰ ਕੌਰ ਸਾਡੇ ਨਾਲ ਨਹੀਂ ਜੁੜੇ ਜਾਣਬੁੱਝ ਕੇ ਜਾਂ ਉਹਨਾਂ ਦਾ ਕਨੈਕਸ਼ਨ ਜਿਹੜਾ ਹੈ ਕੋਈ ਫੋਨ ਦੀ ਪ੍ਰੋਬਲਮ ਆ ਗਈ, ਸਾਨੂੰ ਨਹੀਂ ਪਤਾ, ਪਰ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ, ਲਾਈਨ ਅਪ ਹੋਏ ਸੀ ਉਹ ਕਿ ਜੁੜਾਂਗੇ ਕਿ ਐਸਜੀਪੀਸੀ ਨੇ ਚਿੱਠੀ ਪੱਤਰ ਲਿਖਣ ਤੋਂ ਇਲਾਵਾ ਇਸ ਮਸਲੇ ਦੇ ਵਿੱਚ ਹੋਰ ਕੀ ਕੀਤਾ। ਇਹ ਪਹਿਲਾ ਸਵਾਲ ਹੈ। ਕਮੇਟੀ ਨੇ ਜਿਹੜੀ ਜਾਂਚ ਕਮੇਟੀ ਬਣਾਈ ਸੀ ਉਹਨੇ ਹੁਣ ਤੱਕ ਕੀ ਕੀਤਾ? ਪਿਛਲੇ ਸਤੰਬਰ 2019 ਚ ਮੀਟਿੰਗ ਹੋਣੀ ਸੀ ਪਰ ਉਹ ਮੀਟਿੰਗ ਵੀ ਨਹੀਂ ਹੋਈ। ਹੁਣ ਕਰੋਨਾ ਦੇ ਸਿਰ ਲਾਈ ਜਾ ਰਹੀ ਹੈ ਗੱਲ ਕਿ ਕਰੋਨਾ ਕਰਕੇ ਅਸੀਂ ਪ੍ਰੋਸੀਡਿੰਗ ਅੱਗੇ ਨਹੀਂ ਕਰ ਪਾਏ। ਇੰਨੇ ਵੱਡੇ ਗਵਾਹ ਸੀਗੇ ਸ਼ਬਦਲ ਸਿੰਘ ਜਾਂ ਰਣਜੀਤ ਸਿੰਘ ਨੰਦਾ, ਉਹ ਸਾਡੇ ਕੋਲ ਸੀਗੇ, ਉਹਨਾਂ ਦੇ ਹੋਣ ਦੇ ਬਾਵਜੂਦ ਵੀ ਸਾਡੇ ਹੱਥ ਕਿਉਂ ਖਾਲੀ ਨੇ ਤੇ ਕਿੰਨਾ ਖਜ਼ਾਨਾ ਵਾਪਸ ਆਇਆ, ਕਿੰਨਾ ਬਾਕੀ ਹੈ? ਇਹ ਸਾਰੇ ਸਵਾਲ ਨੇ ਜਿਹੜੇ ਉਹ ਐਸਜੀਪੀਸੀ ਨੂੰ ਦੇਣੇ ਹੀ ਹੋਣਗੇ, ਸਿੱਖ ਸੰਗਤ ਨੂੰ। ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਮਹਿਮਾਨਾਂ ਦਾ। ਭੈਣ ਜੀ ਮਨਜਿੰਦਰ ਕੌਰ ਜੀ ਸਾਡੇ ਨਾਲ ਮਲੇਸ਼ੀਆ ਤੋਂ ਜੁੜੇ ਸੀ ਤੇ ਸਿੰਘ ਸਾਹਿਬ ਭਾਈ ਸਤਨਾਮ ਸਿੰਘ ਖੰਡਾ ਸਾਡੇ ਨਾਲ ਕੈਨੇਡਾ ਤੋਂ ਜੁੜੇ ਸੀ। ਬਹੁਤ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਜਲਦੀ ਪੰਜਾਬ ਜਿਹੜਾ ਤੁਸੀਂ ਵਾਪਸ ਆਓ, ਜਿਹੜੇ ਲੋਕਡਾਊਨ ਕਰਕੇ ਹੁਣ ਤੁਸੀਂ ਆ ਵੀ ਨਹੀਂ ਪਾ ਰਹੇ। ਸੋ ਅਸੀਂ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।